ਅਜੇ ਤਾਂ ਮੇਰੇ ਖਿਆਲ 2 ਮਹੀਨੇ ਨਹੀਂ ਹੋਏ ਆਬਕਾਰੀ ਨੀਤੀ ਬਣੀ ਨੂੰ, ਤੇ ਉਹਦੇ ਵਿੱਚ ਕਿੰਨੇ ਕੁ ਭੈੜ ਸਾਹਮਣੇ ਆਉਣਗੇ, ਇਹ ਅਜੇ ਗੱਲ ਜਿਹੜੀ ਆ ਉਹ ਮੇਰੇ ਖਿਆਲ ਅਜੇ ਭਵਿੱਖ ਵਿੱਚ ਛੁਪੀ ਪਈ ਆ। ਮੁਹੱਲਾ ਕਲੀਨਿਕ ਨੂੰ ਆਮ ਆਦਮੀ ਕਲੀਨਿਕ ਬਣਾ ਦਿੱਤਾ ਗਿਆ ਤੇ ਉਹ 100 ਕਲੀਨਿਕ ਖੋਲੇ ਗਏ ਆ ਤੇ 117 ਹੀ ਖੁੱਲਣੇ ਆ ਉਹ, ਤੇ ਪਿੰਡ ਮੁਹੱਲਾ ਕਲੀਨਿਕ ਜਿਹੜੇ ਹੋਣੇ ਚਾਹੀਦੇ ਸੀ, ਜਿਹੜਾ ਦਾਅਵਾ ਇਹਨਾਂ ਨੇ ਕੀਤਾ ਉਹਦੀ ਥਾਂ ਦੇ ਉੱਤੇ ਪਿੰਡ ਸ਼ਰਾਬ ਦੀਆਂ ਬਰਾਂਚਾਂ ਪਹੁੰਚਾ ਦਿੱਤੀਆਂ। ਹਰ ਇੱਕ ਖਬਰ ਪਿੱਛੇ ਚੱਲਦੀ ਅਸਲ ਕਹਾਣੀ ਦਾ ਸੱਚ ਸਾਹਮਣੇ ਲੈ ਕੇ ਆਉਂਦਾ, ਰਾਜਨੀਤੀ ਦੀ ਹਰੇਕ ਰਣਨੀਤੀ ਤੋਂ ਜਾਣੂ ਕਰਵਾਉਂਦਾ, ਸਿਸਟਮ ਵਿੱਚ ਪਸਰੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ, ਧਨ ਕੁਬੇਰਾਂ, ਗੈਰ ਸਮਾਜੀ ਤੱਤਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਦਾ ਪਰਦਾਫਾਸ਼ ਕਰਦਾ, ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਚੰਡੀਗੜ੍ਹ ਸਟੂਡੀਓ ਤੋਂ ਮੇਰੇ ਨਾਲ ਜੁੜ ਗਏ ਨੇ ਸੁਸ਼ੀਲ ਦਸਾਂਝ। ਹਰ ਰੋਜ਼ ਦੀ ਤਰ੍ਹਾਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ, ਨਾਲ ਦੀ ਨਾਲ ਦਸਾਂਝ ਸਾਹਿਬ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਜੀ। ਦਸਾਂਝ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ, ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਹਰਜੀਤ ਗਿੱਲ ਦਸਾਂਝ ਸਾਹਿਬ ਕੱਲ ਗੱਲ ਕਰ ਰਹੇ ਸੀ ਡਾਕਟਰ ਸ਼ਾਰਦਾ ਹਰੀ ਮੇਰੇ ਨਾਲ, ਤੇ ਕਿਤੇ ਨਾ ਕਿਤੇ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਤੇ ਮੋਦੀ ਇਹਨਾਂ ਦੀ ਲੜਾਈ ਤਿੱਖਾ ਰੂਪ ਧਾਰਨ ਕਰ ਰਹੀ ਆ। ਵੈਸੇ ਤਾਂ ਉਹਨਾਂ ਦਾ ਮੰਨਣਾ ਇਹ ਸੀ ਕਿ ਗੁਜਰਾਤ ਦੇ ਵਿੱਚ 4 ਸੀਟਾਂ ਵੱਧ ਤੋਂ ਵੱਧ ਖੜਨ ਦੀ ਗੁੰਜਾਇਸ਼ ਨਹੀਂ ਆ ਆਮ ਆਦਮੀ ਪਾਰਟੀ ਦੀ, ਜਿੱਦਾਂ ਆਪਾਂ ਐਨਾਲਿਸਿਸ ਕਰਦੇ ਰਹੇ ਹਾਂ, ਪਰ ਕਈ ਵਾਰ ਉਲਟ ਪੁਲਟ ਹੋ ਜਾਂਦੇ ਆ। ਤੇ ਹਿਮਾਚਲ ਦੀ ਸਿਆਸਤ ਨੂੰ ਵਾਹਵਾ ਨੇੜਿਓਂ ਜਾਣਦੇ, ਉਹਨਾਂ ਦੀਆਂ ਕਾਫੀ ਰਿਸ਼ਤੇਦਾਰੀਆਂ ਹਿਮਾਚਲ 'ਚ, ਮੇਰੇ ਖਿਆਲ ਉਹਨਾਂ ਦੇ ਇਨਲਾਜ਼ ਵੀ ਹਿਮਾਚਲ 'ਚ ਆ, ਤੇ ਉਹ ਕਾਂਗਰਸ ਦੀ ਵੱਡੀ ਲੀਡਰ ਆ, ਉਹ ਉਹਨਾਂ ਦੇ ਮੇਰੇ ਖਿਆਲ ਮਦਰ ਇਨ ਲਾ ਰਹੇ ਨੇ, MP ਵੀ ਰਹੇ ਨੇ ਉਹ। ਤੇ ਉਹ ਕਹਿੰਦੇ ਜੀ ਹਿਮਾਚਲ 'ਚ ਤੇ ਐਂਟਰੀ ਨਹੀਂ ਹੋ ਸਕਦੀ। ਤੇ ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਆ ਕਿ ਇਹ ਜਿਹੜਾ BJP ਤੇ ਕੇਜਰੀਵਾਲ ਦਾ ਤਕਰਾਰ ਵੱਧਦਾ ਜਾ ਰਿਹਾ, ਦਿਨ ਬ ਦਿਨ ਸਿਆਸਤ ਗਰਮਾਈ ਜਾ ਰਹੀ ਆ। ਅੱਜ ਸਿਸੋਦੀਆ ਦੇ ਟਿਕਾਣਿਆਂ ਦੇ ਉੱਤੇ ਛਾਪੇ ਪੈਣੇ, ਤੇ ਉਹਨਾਂ ਦੀ ਜਿਹੜੀ ਐਕਸਾਈਜ਼ ਪਾਲਿਸੀ ਆ ਉਹਨੂੰ ਲੈ ਕੇ ਜਿਹੜਾ ਪਿਛਲੇ ਦਿਨਾਂ ਤੋਂ ਇੱਕ ਚੱਲ ਰਿਹਾ ਕੰਮ, ਉਹਨੂੰ ਹੋਰ ਤਿੱਖੇ ਰੂਪ 'ਚ ਸਾਹਮਣੇ ਲੈ ਕੇ ਆਉਣਾ BJP ਦੀ ਇੱਕ ਅਣਸਰ ਦੀ ਲੋੜ ਵੀ ਆ। ਤੇ ਦੂਜੇ ਪਾਸੇ ਕੇਜਰੀਵਾਲ ਜੀ ਜਵਾਬ ਇਹ ਨਹੀਂ ਦਿੰਦੇ ਕਿ ਸਾਡੀ ਆਬਕਾਰੀ ਨੀਤੀ 'ਚ ਕੀ ਗਲਤੀ ਸੀ। ਉਹ ਤੇ ਇੱਕੋ ਗੱਲ ਕਹੀ ਜਾਂਦੇ ਕਿ ਸਿਸੋਦੀਆ ਰੜਕਦਾ ਕਿਉਂਕਿ ਉਹਨੇ ਐਜੂਕੇਸ਼ਨ 'ਚ ਇਹ ਕੁਝ ਕਰਤਾ। ਐਜੂਕੇਸ਼ਨ ਦਾ ਇਸ ਕੇਸ ਨਾਲ ਮੇਰੇ ਖਿਆਲ ਕੋਈ ਦੂਰ ਦਾ ਵੀ ਸੰਬੰਧ ਨਹੀਂ, ਪਰ ਜਿੰਨੇ ਟਵੀਟ ਆਏ ਨੇ ਆਮ ਆਦਮੀ ਪਾਰਟੀ ਵੱਲੋਂ, ਉਹਦੇ ਵਿੱਚ ਇਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ ਕਿ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਸਾਡਾ ਹੈਲਥ ਤੇ ਐਜੂਕੇਸ਼ਨ ਵਾਲਾ ਸਿਸਟਮ ਜਿਹੜਾ ਮਾਡਲ ਆ ਉਹ ਬਾਕੀ ਹਿੰਦੁਸਤਾਨ 'ਚ ਲਾਗੂ ਹੋਵੇ। ਇਸ ਲੜਾਈ ਨੂੰ ਤੁਸੀਂ ਇਸ ਐਂਗਲ ਤੋਂ ਵੇਖਦੇ ਹੋ ਜਾਂ ਕੁਝ ਹੋਰ? ਦੇਖੋ, ਮੈਂ ਸਮਝਦਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ BJP ਦੀ ਇਹ ਅਣਸਰ ਦੀ ਲੋੜ ਹੈ ਵੀ ਉਹ ਜਿਹੜੇ ਮਨੀਸ਼ ਸਿਸੋਦੀਆ ਜਾਂ ਆਮ ਆਦਮੀ ਪਾਰਟੀ ਨੂੰ ਰੋਕਣ ਵਾਸਤੇ ਕੁਝ ਇਸ ਤਰ੍ਹਾਂ ਦੇ ਐਕਸ਼ਨ 'ਚ ਆਵੇ। ਮੈਂ ਸਮਝਦਾ ਕਿ ਸ਼ਾਇਦ ਉਹਨਾਂ ਦੀ ਸੋਚ ਦੇ ਵਿੱਚ ਇਹੀ ਹੈ ਵੀ ਹਾਂ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਏ, ਪਰ ਮੈਂ ਅਣਸਰ ਦੀ ਲੋੜ ਦੀ ਥਾਂ ਤੇ ਕਹਿਣਾ ਚਾਹੂੰਗਾ ਕਿ ਇਹ ਉਹਨਾਂ ਦੀ, ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਗਲਤੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਜੇ ਕੁਝ ਗਲਤ ਹੈ ਤੇ ਉਹਦੇ ਤੇ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ, ਪਰ ਜਿਸ ਤਰੀਕੇ ਦੇ ਨਾਲ ਆਪਣੇ ਵਿਰੋਧੀਆਂ ਨੂੰ, ਖਾਸ ਤੌਰ ਤੇ ਹੁਣ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀ ਹੈ ਭਾਰਤੀ ਜਨਤਾ ਪਾਰਟੀ ਆਪਣੀ ਕੇਂਦਰੀ ਏਜੰਸੀਆਂ ਦੇ ਰਾਹੀਂ, ਉਹ ਅਸਲ 'ਚ ਉਹਨਾਂ ਦੀ ਗਲਤੀ ਸਾਬਤ ਹੋ ਸਕਦੀ ਹੈ। ਇਹਦੇ ਨਾਲ ਜਿਸ ਤਰ੍ਹਾਂ ਪੇਸ਼ ਕੀਤਾ ਆਪਣੇ ਆਪ ਨੂੰ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਵੀ ਬੋਲੇ ਇਹਦੇ ਤੇ, ਜਾਂ ਰਾਘਵ ਚੱਡਾ ਜਾਂ ਬਾਕੀ ਸੰਜੇ ਸਿੰਘ, ਸਾਰੀ ਲੀਡਰਸ਼ਿਪ ਜਿੱਦਾਂ ਇਸ ਮਸਲੇ ਤੇ ਬੋਲੀ ਹੈ, ਉਹਨਾਂ ਨੇ ਇੱਕ ਗੱਲ ਜਿੱਦਾਂ ਤੁਸੀਂ ਵੀ ਕਿਹਾ ਕਿ ਰੱਟ ਲਾਈ ਹੈ ਕਿ ਜਿਹੜਾ ਐਜੂਕੇਸ਼ਨ ਦਾ ਸਾਡਾ ਮਾਡਲ ਹੈ ਜਾਂ ਹੈਲਥ ਦਾ ਜਿਹੜਾ ਮਾਡਲ ਜਿਹੜਾ ਆ ਉਹ BJP ਨੂੰ ਪਚ ਨਹੀਂ ਰਿਹਾ। ਉਹ ਇਸ ਢੰਗ ਦੇ ਨਾਲ ਪ੍ਰਚਾਰ ਕਰ ਰਿਹਾ ਕਿ ਆਪਣੇ ਆਪ ਨੂੰ ਵਿਕਟਮ ਦੇ ਤੌਰ ਤੇ ਪੇਸ਼ ਕਰ ਰਿਹਾ ਹੈ, ਜਿਹਦੀ ਇੱਕ ਸਾਡੀ ਭਾਰਤੀ ਮਾਨਸਿਕਤਾ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਧਾਰਨਾ ਬਣੀ ਹੁੰਦੀ ਹੈ ਕਿ ਜਿਹੜਾ ਕਮਜ਼ੋਰ ਬੰਦਾ ਆ ਜਾਂ ਜਿਹਦੇ ਉੱਤੇ
ਕੁਝ ਜਿਹੜਾ ਇਸ ਤਰ੍ਹਾਂ ਦਾ ਕਾਰਵਾਈ ਹੁੰਦੀ ਹੈ ਤੇ ਉਹਨੂੰ ਧੱਕੇ ਦੇ ਤੌਰ ਤੇ ਲੈਣ ਲੱਗ ਪੈਂਦੇ ਆ ਤੇ ਇੱਕ ਸਿੰਪਥੀ ਜਿਹੜੀ ਹੈ ਉਹ ਗੇਨ ਹੋ ਜਾਂਦੀ ਹੈ। ਮਿਸਾਲ ਦੇ ਤੌਰ ਤੇ ਜੇ ਗਲਤ ਵੀ ਹੋਵੇ ਬੰਦਾ, ਜੇ ਦੋ ਜਾਣੇ ਲੜਦੇ ਹੋਣ ਗਲੀ ਦੇ ਵਿੱਚ, ਆਪਾਂ ਕੋਲੋਂ ਲੰਘਦੇ ਹੋਈਏ ਤੇ ਕਮਜ਼ੋਰ ਬੰਦਾ, ਗਰੀਬ ਬੰਦਾ, ਗਲਤੀ ਭਾਵੇਂ ਉਹਦੀ ਹੋਵੇ ਪਰ ਉਸ ਲੜਾਈ ਦੇ ਵਿੱਚ ਜਿਹੜਾ ਤਕੜਾ ਬੰਦਾ ਆ ਉਹਦੇ ਖਿਲਾਫ ਤੁਹਾਡੇ ਮਨ ਚ ਹੇਟ ਜੀ ਕ੍ਰੀਏਟ ਹੋ ਜਾਂਦੀ ਹੈ ਵੀ ਇਹ ਦੇਖੋ ਕਿਦਾਂ ਗਰੀਬ ਬੰਦੇ ਤੇ ਜ਼ੁਲਮ ਕਰਨ ਰਿਹਾ ਜਾਂ ਉਹਨੂੰ ਮਾਰ ਰਿਹਾ ਜਾਂ ਕੁੱਟ ਰਿਹਾ। ਇਹ ਜਿਹੜੀ ਸਿੰਪਥੀ ਹੈ ਇਹ ਤਾਕਤ ਬਣ ਜਾਂਦੀ ਹੈ ਕਈ ਵਾਰੀ ਵਿਕਟਮ ਦੀ। ਤੋ ਇਹਨੂੰ ਹੀ ਜ਼ਿਆਦਾ ਇਨਕੈਸ਼ ਜਿਹੜਾ ਆ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਾਥੀ ਕਰਨਗੇ। ਦੂਜੀ ਗੱਲ, ਮੈਂ ਗੁਜਰਾਤ ਜਾਂ ਹਿਮਾਚਲ ਬਾਰੇ ਹਾਲੇ ਮੈਂ ਕੋਈ ਬਹੁਤੀ ਇਸ ਤਰ੍ਹਾਂ ਦੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਵੀ ਹਾਂ ਵੀ ਗੁਜਰਾਤ ਦੇ ਵਿੱਚ ਕਿਸ ਕਿਸਮ ਦਾ ਰਹੇਗਾ ਆਮ ਆਦਮੀ ਪਾਰਟੀ ਦਾ ਜਿਹੜਾ ਪੂਰੇ ਦਾ ਪੂਰਾ ਪ੍ਰਦਰਸ਼ਨ ਚੋਣਾਂ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ। ਇਹ ਬਹੁਤ ਅਰਲੀ ਹੋਏਗਾ ਹਾਲੇ, ਕਿਉਂਕਿ ਨਾ ਮੈਂ ਕੋਈ ਬਹੁਤ ਹਾਲੇ ਡੂੰਘਾਈ ਦੇ ਨਾਲ ਗੁਜਰਾਤ ਤੇ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਰੂਪ ਦੇ ਵਿੱਚ ਦੇਖਿਆ। ਪਰ ਜਦੋਂ ਉੱਤਰੀ ਭਾਰਤ ਦੇ ਸੂਬਿਆਂ ਦੀ ਜੇ ਗੱਲ ਕਰਨੀ ਹੋਵੇ, ਜਿਨ੍ਹਾਂ ਦੇ ਵਿੱਚੋਂ 8-9 ਸੂਬਿਆਂ ਦੇ ਵਿੱਚ ਟਾਰਗੇਟ ਕਰ ਰਹੀ ਹੈ ਆਮ ਆਦਮੀ ਪਾਰਟੀ, ਤੇ ਉਹਦੇ 'ਚ ਜਿਸ ਤਰੀਕੇ ਦੇ ਨਾਲ ਉਹ ਜਾ ਰਹੇ ਆ, ਚਾਹੇ ਉਹ ਹਿਮਾਚਲ ਹੈ ਚਾਹੇ ਬਾਕੀ ਸੂਬੇ ਵੀ ਹੈਗੇ ਆ, ਤਾਂ ਉਹਦੇ ਤੋਂ ਘਬਰਾਹਟ ਜਿਹੜੀ ਪੈਦਾ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ 'ਚ, ਖਾਸ ਤੌਰ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਕਾਬਜ਼ ਲੀਡਰਸ਼ਿਪ ਹੈ, ਜਾਂ ਕਹਿ ਲਓ ਜਿਹੜੇ ਦੋ ਬੰਦੇ ਆ ਨਰਿੰਦਰ ਮੋਦੀ ਤੇ ਅਮਿਤ ਸ਼ਾਹ, ਉਹ ਇਹ ਜ਼ਰੂਰ ਦਰਸਾਉਂਦੇ ਆ ਕਿ ਉਹਨਾਂ ਨੂੰ ਲੱਗ ਰਿਹਾ ਵੀ ਸਾਡੇ ਵਾਸਤੇ ਇਨ ਫਿਊਚਰ ਜਿਹੜਾ ਖਤਰਾ ਆ ਉਹ ਅਰਵਿੰਦ ਕੇਜਰੀਵਾਲ ਹੋ ਸਕਦੇ ਆ। ਦੂਜੀ ਗੱਲ, ਕੁਝ ਸਰਵੇ ਜਿਹੜੇ ਨਿਤੀਸ਼ ਕੁਮਾਰ ਦੇ ਬਿਹਾਰ ਦੇ ਵਿੱਚ ਪਲਟੀ ਖਾਣ ਤੋਂ ਬਾਅਦ ਜਿਹੜੇ ਆਏ, ਖਾਸ ਤੌਰ ਤੇ ਇੰਡੀਆ ਟੂਡੇ ਦਾ ਸਰਵੇ ਜਿਹੜਾ, ਜਾਂ ਕੁਝ ਇੰਡੀਵਿਜੂਅਲ ਸਰਵੇ ਜਿਹਦੇ ਚ ਜੋਗਿੰਦਰ ਯਾਦਵ ਦਾ ਸਰਵੇ ਵੀ ਹੈ, ਉਹ ਸਰਵੇ ਵੀ ਜਿਸ ਤਰ੍ਹਾਂ ਦੇ ਸੰਕੇਤ ਦੇ ਰਹੇ ਆ ਉਹਦੇ ਚ ਇਹ ਦੱਸਿਆ ਜਾ ਰਿਹਾ ਹੈ ਕਿ 272 ਦਾ ਅੰਕੜਾ ਛੂਹਣਾ 2024 ਦੇ ਵਿੱਚ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੈ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਵਾਸਤੇ। ਤੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਸ਼ਾਇਦ ਇੱਕ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਿਹੜੀਆਂ ਕਾਰਵਾਈਆਂ ਕਰ ਰਹੇ ਨੇ ਵਿਰੋਧੀਆਂ ਤੇ, ਉਹ ਇੱਕ ਉਹਨਾਂ ਦੀ ਅਣਸਰ ਦੀ ਲੋੜ ਹੋ ਸਕਦੀ ਹੈ ਜਿਹੜਾ ਤੁਸੀਂ ਕਿਹਾ। ਪਰ ਇਹ ਮੇਰੇ ਮਾਈਂਡ ਦੇ ਵਿੱਚ ਆਉਂਦਾ ਹੈ ਕਿ ਅਣਸਰ ਦੀ ਲੋੜ ਉਹਨਾਂ ਲਈ ਹੈ, ਪਰ ਪੋਲੀਟੀਕਲੀ ਇਹ ਕਿਤੇ ਨਾ ਕਿਤੇ ਉਹ ਬਹੁਤ ਵੱਡੀ ਗਲਤੀ ਕਰ ਰਹੇ ਆ, ਕਿਉਂਕਿ ਇਹ ਇੱਕ ਮੈਸੇਜ ਕਨਵੇ ਹੋ ਰਿਹਾ ਸਾਰੇ ਦੇਸ਼ ਦੇ ਵਿੱਚ ਵੀ ਇਹਨਾਂ ਨੇ ਆਪਣੀਆਂ ਕੇਂਦਰੀ ਏਜੰਸੀਆਂ ਨੂੰ ਬਹੁਤ ਬੁਰੀ ਤਰ੍ਹਾਂ ਮਿਸਯੂਜ਼ ਕੀਤਾ ਤੇ ਦੇਸ਼ ਦੇ ਵਿੱਚ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਬਿਮਾਰੀਆਂ ਫੈਲੀਆਂ ਹੋਈਆਂ ਨੇ, ਬੇਰੁਜ਼ਗਾਰੀ ਦੀ ਬਿਮਾਰੀ ਹੈ, ਮਹਿੰਗਾਈ ਹੈ, ਜਾਂ ਬਾਕੀ ਸਾਰੇ ਮਸਲੇ ਹੈ, ਉਹਨਾਂ ਤੋਂ ਜਿਹੜਾ ਧਿਆਨ ਬਿਲਕੁਲ ਪਾਸੇ ਕਰਕੇ ਲੋਕਾਂ ਨੂੰ ਕਿਸੇ ਹੋਰ ਪਾਸੇ ਇਹ ਲੋਕ ਲਾ ਰਹੇ ਆ, ਜਿਹਦੇ ਕਰਕੇ ਲੋਕਾਂ ਦੇ ਵਿੱਚ ਇੱਕ ਗੁੱਸਾ ਜਿਹੜਾ ਆ ਉਹ ਪਨਪ ਰਿਹਾ ਤੇ ਉਸ ਗੁੱਸੇ ਨੇ ਰੂਪਾਂਤਰਿਤ ਜਿਹੜਾ ਆ ਉਹ ਬੀਜੇਪੀ ਦੇ ਖਿਲਾਫ ਇਹਦੇ ਪੱਖ ਦੇ ਵਿੱਚ ਹੋਣਾ, ਇਹ ਇਸ ਵੇਲੇ ਦਾ ਵੱਡਾ ਸਵਾਲ ਹੈ ਜੀ। ਇਹ ਜਿਹੜੀ ਆਬਕਾਰੀ ਨੀਤੀ ਆ, ਪੰਜਾਬ ਨੇ ਵੀ ਵੇਖਾ ਵੇਖੀ ਦਿੱਲੀ ਵਾਲੀ ਅਪਣਾਉਣ ਦੀ ਯਤਨ ਕੀਤਾ ਸੀਗਾ, ਤੇ ਹੁਣ ਕਾਂਗਰਸ ਵੀ ਕਹਿ ਰਹੀ ਆ ਤੇ ਦੂਜੀਆਂ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਕਿ ਪੰਜਾਬ ਵਾਲੀ ਨੀਤੀ ਨੂੰ ਵੀ ਜਿਹੜਾ ਉਹ ਤੇ ਘੋਖ ਕੀਤੀ ਜਾਣੀ ਚਾਹੀਦੀ ਆ। ਕਿ ਕੀ ਇਹਦੇ ਵਿੱਚ ਵੀ ਕੋਈ ਗੜਬੜੀਆਂ ਨੇ? ਅਜੇ ਤੇ ਜੁਮਾ ਸ਼ੁਰੂ ਹੋਈ, ਗੜਬੜੀਆਂ ਤੇ ਅੱਗੇ ਚੱਲ ਕੇ ਹੋਣਗੀਆਂ। ਤੇ ਕੀ ਇਹ ਥੋੜਾ ਕਾਂਗਰਸ ਦਾ ਵੀ ਕਾਲਾਪਣ ਨਹੀਂ ਕਿ ਇੱਥੇ ਵੀ ਇਨਕੁਆਇਰੀ ਹੁਣੇ ਹੀ ਕਰਾ ਲਓ? ਅਜੇ ਤੇ ਮੇਰੇ ਖਿਆਲ 2 ਮਹੀਨੇ ਨਹੀਂ ਹੋਏ ਆਬਕਾਰੀ ਨੀਤੀ ਬਣੀ ਨੂੰ, ਤੇ ਉਹਦੇ ਵਿੱਚ ਕਿੰਨੇ ਕੁ ਭੈੜ ਸਾਹਮਣੇ ਆਉਣਗੇ? ਇਹ ਅਜੇ ਗੱਲ ਜਿਹੜੀ ਆ ਉਹ ਮੇਰੇ ਖਿਆਲ ਅਜੇ ਭਵਿੱਖ ਵਿੱਚ ਛੁਪੀ ਪਈ ਆ। ਠੀਕ ਹੈ ਗੱਲ ਤੁਹਾਡੀ, ਪਰ ਜਿੱਦਾਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਮਨੀਸ਼ ਸਿਸੋਦੀਆ ਦੇ ਉੱਤੇ ਜਿਹੜਾ ਇੱਕ ਦਬਾਅ ਬਣਾਇਆ ਗਿਆ ਤੇ ਇਹ ਗੱਲ ਪ੍ਰਚਾਰੀ ਗਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਕੇਂਦਰ ਦੀਆਂ ਏਜੰਸੀਆਂ ਵੱਲੋਂ ਵੀ ਐਕਸਾਈਜ਼ ਪਾਲਿਸੀ ਦੇ ਵਿੱਚ ਕਾਫੀ ਗੜਬੜ ਹੈ ਤੇ ਜਿਹੜੇ ਸ਼ਰਾਬ ਦੇ ਵੱਡੇ ਠੇਕੇਦਾਰ ਆ ਉਹਨਾਂ ਨੂੰ ਇਹਦੇ ਵਿੱਚ ਲਾਭ ਦੀ ਸਥਿਤੀ ਦੇ ਵਿੱਚ ਜਿਹੜਾ ਪਹੁੰਚਾ ਦਿੱਤਾ ਗਿਆ, ਤੇ ਨਾਲ ਇਹ ਗੱਲ ਉਭਾਰੀ ਗਈ ਵੀ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਹੀ ਜਿਹੜਾ ਸ਼ਰਾਬ ਦੇ ਠੇਕੇ ਜਿਹੜੇ ਵੱਡੇ ਕਾਰੋਬਾਰੀਆਂ ਦੇ ਕੋਲ ਹੈ, ਜਾਂ ਮਾਫੀਆ ਜਿਹਨੂੰ ਕਹਿੰਦੇ ਆ ਸ਼ਰਾਬ ਦਾ, ਵੀ ਉਹਨਾਂ ਦੀ ਗਿਟਮਿਟ ਜਿਹੜੀ ਹੈ ਜਾਂ ਡੀਲ ਉਹ ਅਰਵਿੰਦ ਕੇਜਰੀਵਾਲ ਨਾਲ ਹੋ ਗਈ ਸੀ। ਇਹ ਗੱਲ ਉਭਾਰੀ ਜਾ ਰਹੀ ਹੈ ਮਨੀਸ਼ ਸਿਸੋਦੀਆ ਦੇ ਉੱਪਰ ਜਿਹੜੇ ਛਾਪੇ ਪਏ ਆ ਉਹਦੇ ਨਾਲ, ਤੇ ਉਹ ਡੀਲ ਕਿਸ ਕਿਸਮ ਦੀ ਹੋਈ ਆ ਇਹ ਤਾਂ ਕੋਈ ਪੁਖਤਾ ਕਿਸਮ ਦਾ ਕੋਈ ਸਬੂਤ ਨਹੀਂ ਹੈ ਕਿਸੇ ਦੇ ਕੋਲ, ਪਰ ਇਹ ਗੱਲ ਰੱਖੀ ਜਾ ਰਹੀ ਹੈ। ਤੇ ਦਿੱਲੀ ਦੀ ਜਿਹੜੀ ਐਕਸਾਈਜ਼ ਪਾਲਿਸੀ ਬਾਰੇ ਕਿਹਾ ਜਾ ਰਿਹਾ ਹੈ ਵੀ ਉਹਦੇ 'ਚ ਵੱਡੇ ਪੱਧਰ ਦੇ ਉੱਤੇ ਵੱਡੇ ਕਾਰੋਬਾਰੀਆਂ ਨੂੰ, ਸ਼ਰਾਬ ਦੇ ਜਿਹੜੇ ਵੱਡੇ ਕਾਰੋਬਾਰੀ ਹੈ
ਉਹਨਾਂ ਦੇ ਹਿੱਤ ਜਿਹੜੇ ਆ ਉਹ ਧਿਆਨ 'ਚ ਰੱਖੇ ਗਏ ਆ। ਤੇ ਠੇਕਿਆਂ ਦੀ ਗਿਣਤੀ ਵੀ ਜਿਹੜੀ ਹੈ ਉਹ ਜਿੱਥੇ ਅੱਗੇ 200-250 ਦੇ ਕਰੀਬ ਜਿਹੜੇ ਸ਼ਰਾਬ ਦੇ ਠੇਕੇ ਹੁੰਦੇ ਸੀ ਦਿੱਲੀ 'ਚ, ਉਹ ਵਧਾ ਕੇ 800 ਤੱਕ ਜਿਹੜੇ ਆ ਉਹ ਚਲੇ ਗਏ ਆ। ਤੇ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਡਿਜ਼ਾਈਨ ਕੀਤੀ ਗਈ ਹੈ, ਇੱਥੇ ਵੀ ਵੱਡੇ ਜਿਹੜੇ ਕਾਰੋਬਾਰੀ ਹੈ ਉਹਨਾਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਿਸੇ ਨਾ ਕਿਸੇ ਸਾਂਝ ਕਰਕੇ ਹੋਈ ਹੈ। ਇਹ ਕੋਈ ਨਾ ਕੋਈ ਜਿਹੜੀ ਵੱਡੇ ਕਾਰੋਬਾਰੀਆਂ ਦੇ ਨਾਲ ਆਮ ਆਦਮੀ ਪਾਰਟੀ ਦੀ ਜਾਂ ਕੁਝ ਲੀਡਰਸ਼ਿਪ ਦੇ ਇੱਕ ਹਿੱਸੇ ਦੀ, ਅਰਵਿੰਦ ਕੇਜਰੀਵਾਲ ਦੀ ਕਿਸੇ ਰਾਹੀਂ ਜਿਹੜੇ ਉਹਨਾਂ ਦੇ ਬਹੁਤ ਨੇੜਲੇ ਹੋਣਗੇ, ਉਹਨਾਂ ਦੀ ਉਹ ਡੀਲ ਸਿਰੇ ਚੜੀ ਆ, ਇਹ ਕਿਹਾ ਜਾ ਰਿਹਾ। ਹੁਣ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹਦੇ ਚ ਬਾਕੀ ਗੱਲਾਂ ਤਾਂ ਨਹੀਂ, ਪਰ ਇੱਕ ਗੱਲ ਤਾਂ ਬੜੀ ਇੰਪੋਰਟੈਂਟ ਹੈ ਨਾ, ਵੀ ਤੁਸੀਂ ਜੇ ਉਹ ਜਿਹੜਾ ਇੱਕ ਕਹਿ ਲਓ ਵੀ 4 ਕਰੋੜ ਰੁਪਏ ਦਾ ਇੱਕ ਸੀਗਾ, ਵੀ 4 ਕਰੋੜ ਰੁਪਏ ਦੇ ਨਾਲ ਜਿਹੜਾ ਇੱਕ ਸ਼ਰਾਬ ਦਾ ਜਿਹੜਾ ਕਾਰੋਬਾਰੀ ਹੈ ਉਹ ਇਹਦੇ ਚ ਸ਼ਾਮਲ ਹੋ ਸਕਦਾ ਸੀ, ਉਹ ਵਧਾ ਕੇ 30 ਕਰੋੜ ਕਰ ਦਿੱਤਾ ਗਿਆ, ਜਿਹਦੇ ਕਰਕੇ ਜਿਹੜੇ ਛੋਟੇ ਕਾਰੋਬਾਰੀ ਆ ਉਹ ਅਦਾਲਤ ਵਿੱਚ ਵੀ ਗਏ ਐਕਸਾਈਜ਼ ਪਾਲਿਸੀ ਦੇ ਖਿਲਾਫ। ਕਾਂਗਰਸ ਪਾਰਟੀ ਤੇ ਚਲੋ ਆਪੋਜੀਸ਼ਨ ਚ ਹੈ, ਉਹਨੇ ਤਾਂ ਫਿਰ ਟਾਈਮ ਟੂ ਟਾਈਮ ਜਿਹੜਾ ਆ ਕੋਈ ਨਾ ਕੋਈ ਆਲੋਚਨਾ ਕਰਨੀ ਹੁੰਦੀ ਹੈ ਹਰ ਮਾਮਲੇ ਦੇ ਉੱਤੇ, ਪਰ ਜਿਹੜੀ ਐਕਸਾਈਜ਼ ਪਾਲਿਸੀ ਦੇ ਖਿਲਾਫ ਛੋਟੇ ਕਾਰੋਬਾਰੀਆਂ ਦਾ ਜਿਹੜਾ ਜਾਣਾ ਹਾਈ ਕੋਰਟ ਦੇ ਵਿੱਚ, ਉਹਦੇ ਨਾਲ ਹੀ ਇਹ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹਦਾ ਇੰਪਲੀਮੇਸ਼ਨ ਹੋਣੀ ਜਿਹੜੀ ਆ ਥੋੜੀ ਮੁਸ਼ਕਲ ਹੋ ਗਈ ਹੈ। ਤੇ 30 ਕਰੋੜ ਕਰ ਦੇਣਾ ਤੁਸੀਂ, ਤੇ ਠੇਕੇ ਜਿਹੜੇ ਆ ਉਹਨਾਂ ਦੀ ਗਿਣਤੀ ਵੀ ਵਧਾ ਦੇਣਾ, ਤੇ ਮੁਹੱਲਾ ਕਲੀਨਿਕ ਦੇ ਨਾਂ ਦੇ ਉੱਤੇ ਜਿਹੜੀ ਪੋਲਿਟਿਕਸ ਕੀਤੀ ਗਈ ਹੈ, ਮੁਹੱਲਾ ਕਲੀਨਿਕ ਨੂੰ ਆਮ ਆਦਮੀ ਕਲੀਨਿਕ ਬਣਾ ਦਿੱਤਾ ਗਿਆ, ਤੇ ਉਹ 100 ਕਲੀਨਿਕ ਖੋਲੇ ਗਏ ਆ ਤੇ 117 ਹੀ ਖੁੱਲਣੇ ਆ ਉਹ, ਤੇ ਪਿੰਡ ਪਿੰਡ ਮੁਹੱਲਾ ਕਲੀਨਿਕ ਜਿਹੜੇ ਹੋਣੇ ਚਾਹੀਦੇ ਸੀ, ਜਿਹੜਾ ਦਾਅਵਾ ਇਹਨਾਂ ਨੇ ਕੀਤਾ, ਉਹਦੀ ਥਾਂ ਦੇ ਉੱਤੇ ਪਿੰਡ ਪਿੰਡ ਸ਼ਰਾਬ ਦੀਆਂ ਬ੍ਰਾਂਚਾਂ ਪਹੁੰਚਾ ਦਿੱਤੀਆਂ। ਮਤਲਬ ਮੁਹੱਲਾ ਕਲੀਨਿਕ ਬਨਾਮ ਸ਼ਰਾਬ ਦੀ ਬ੍ਰਾਂਚ ਦੀ ਜੇ ਆਪਾਂ ਦੇਖਾਂਗੇ ਤਾਂ ਆਪਾਂ ਨੂੰ ਇਹ ਪਤਾ ਲੱਗੂਗਾ ਕਿ ਜਿਹੜੇ ਮੇਨ ਠੇਕੇ ਆ ਆਪਣੀ ਥਾਂ ਦੇ ਉੱਤੇ ਆ, ਛੋਟੀ ਛੋਟੀਆਂ ਬ੍ਰਾਂਚਾਂ ਜਿਹੜੀਆਂ ਪਿੰਡ ਲੈਵਲ ਤੱਕ ਪਹੁੰਚਾਉਣ ਦੀ ਜਿਹੜੀ ਹੈ ਪਲਾਨਿੰਗ ਹੈ, ਤੇ ਉਹਦਾ ਵਿਰੋਧ ਵੀ ਜਿਹੜਾ ਆ ਹੋਣਾ ਸ਼ੁਰੂ ਹੋ ਗਿਆ। ਜਲੰਧਰ ਤੋਂ ਖਬਰਾਂ ਆ ਰਹੀਆਂ ਵੀ ਔਰਤਾਂ ਨੇ ਜਿਹੜੇ ਉਹਨਾਂ ਦੇ ਮੁਹੱਲੇ ਦੇ ਵਿੱਚ ਬ੍ਰਾਂਚ ਖੋਲੀ ਜਾ ਰਹੀ ਸੀ, ਉਹਨੂੰ ਤਾਲਾ ਜੜ ਦਿੱਤਾ ਤੇ ਪ੍ਰਦਰਸ਼ਨ ਜਿਹੜਾ ਕੀਤਾ, ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਦੇ ਉੱਤੇ, ਤੇ ਏਦਾਂ ਦੀਆਂ ਖਬਰਾਂ ਬਾਕੀ ਪੰਜਾਬ ਚੋਂ ਵੀ ਆ ਰਹੀਆਂ। ਸੋ ਇਹ ਜਿਹੜਾ ਹੈ ਸਾਰਾ ਕੁਝ, ਉਹਦੇ ਚੋਂ ਅਸੀਂ ਦੇਖ ਰਹੇ ਹਾਂ ਵੀ ਕਾਂਗਰਸ ਪਾਰਟੀ ਦਾ ਜਿਹੜਾ ਵਿਰੋਧ ਕਰਨਾ ਜਾਂ ਐਕਸਾਈਜ਼ ਪਾਲਿਸੀ ਦੇ ਉੱਤੇ ਸਵਾਲ ਉਠਾਉਣਾ, ਉਹ ਤਾਂ ਟਾਈਮਲੀ ਜਿਹੜਾ ਆ ਉਹਨਾਂ ਦੀ ਜਿਹੜੀ ਆ ਸਿਆਸੀ ਜ਼ਰੂਰਤ ਹੈ। ਪਰ ਸੱਚਮੁੱਚ ਹੀ ਸ਼ਰਾਬ ਦੀ ਜਿਹੜੀ ਨਵੀਂ ਪਾਲਿਸੀ ਬਣਾਈ ਗਈ ਆ, ਉਹਦੇ ਚ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਗਾੜ ਹੈਗੇ ਆ ਜਿਹੜੇ ਇਹ ਦੱਸਦੇ ਆ ਕਿ ਕਿਤੇ ਨਾ ਕਿਤੇ ਸ਼ਰਾਬ ਦੀ ਪਾਲਿਸੀ ਦੇ ਮਾਮਲੇ ਦੇ ਵਿੱਚ ਸ਼ਰਾਬ ਦੇ ਵੱਡੇ ਕਾਰੋਬਾਰੀਆਂ ਦੇ ਨਾਲ ਕੋਈ ਨਾ ਕੋਈ ਸਾਂਝ ਜਿਹੜੀ ਹੈ ਜਾਂ ਕੋਈ ਨਾ ਕੋਈ ਗਿੱਠ-ਮਿੱਠ ਜਿਹੜੀ ਹੈ ਉਹ ਜ਼ਰੂਰ ਹੋਈ ਲੱਗਦੀ ਹੈ, ਕਿਉਂਕਿ ਲਾਭ ਉਹਨਾਂ ਨੂੰ ਪਹੁੰਚ ਰਿਹਾ ਜੀ। ਵੈਸੇ ਦਸਾਂ ਸਾਹਿਬ, ਇਹ ਲਾਲ ਪਰੀ ਹੈ ਬੜੀ ਕਮਾਲ ਦੀ ਚੀਜ਼। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ, BBC ਨੇ ਸ਼ਾਇਆ ਕੀਤੀ, ਅੱਜ ਹੀ ਕੀਤੀ ਹੈ ਵੈਸੇ, ਕਿ ਜਾਪਾਨ ਆਪਣੇ ਲੋਕਾਂ 'ਚ ਇਸ ਗੱਲ ਨੂੰ ਪ੍ਰਮੋਟ ਕਰ ਰਿਹਾ ਕਿ ਉਹ ਸ਼ਰਾਬ ਪੀਣ। ਉਹ ਕਹਿੰਦੇ ਆ ਕਿ ਉੱਥੋਂ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬੜੀ ਸੋਬਰ ਹੈ, ਤੇ ਉਹ ਪ੍ਰਸ਼ਾਸਨ ਜਿਹੜਾ ਇਹਨੂੰ ਬਦਲਣਾ ਚਾਹੁੰਦਾ, ਥੋੜਾ ਅਗਰੈਸਿਵ ਕਰਨਾ ਚਾਹੁੰਦਾ ਆ। ਪਿਛਲੀਆਂ ਪੀੜ੍ਹੀਆਂ ਦੇ ਮੁਕਾਬਲੇ ਉੱਥੇ ਸ਼ਰਾਬ ਦਾ ਰੁਝਾਨ ਬਹੁਤ ਘਟ ਗਿਆ, ਤੇ ਹੁਣ ਉਹਦੇ ਲਈ ਕੰਪੀਟੀਸ਼ਨ ਕਰਾਏ ਜਾ ਰਹੇ ਆ, ਬਿਜ਼ਨਸ ਆਈਡੀਆ ਪੁੱਛੇ ਜਾ ਰਹੇ ਆ 18 ਤੋਂ 25 ਸਾਲ ਦੇ ਨੌਜਵਾਨਾਂ ਨੂੰ ਕਿ ਕਿਸ ਤਰੀਕੇ ਨਾਲ ਸ਼ਰਾਬ ਦਾ ਕਾਰੋਬਾਰ ਵੱਧ ਸਕਦਾ। ਮੈਂ ਸਮਝਦਾ ਹਾਂ ਕਿ ਜਾਪਾਨ ਵਰਗਾ ਮੁਲਕ ਜਿਹਨੇ ਇਲੈਕਟ੍ਰੋਨਿਕਸ ਦੇ ਖੇਤਰ 'ਚ ਮੱਲਾਂ ਮਾਰੀਆਂ, ਆਟੋਮੋਬਾਈਲ ਦੇ ਖੇਤਰ 'ਚ ਮੱਲਾਂ ਮਾਰੀਆਂ, ਸਾਇੰਸ ਟੈਕਨੋਲੋਜੀ 'ਚ ਉਹ ਸਾਰੀ ਦੁਨੀਆ ਨੂੰ ਹੀ ਪਿੱਛੇ ਛੱਡ ਕੇ ਅੱਗੇ ਨਿਕਲ ਗਿਆ, ਉਹਨੂੰ ਵੀ ਕਿਤੇ ਨਾ ਕਿਤੇ ਇਹਦੀ ਲਾਲ ਪਰੀ ਦੀ ਜ਼ਰੂਰਤ ਮਹਿਸੂਸ ਹੁੰਦੀ। ਕਹਿੰਦੇ ਆਬਕਾਰੀ ਖਰਚਾ ਜਿਹੜਾ ਉਹ ਟੈਕਸ ਆ ਉਹ ਆ ਨਹੀਂ ਰਿਹਾ, ਤੇ ਸਰਕਾਰ ਚਾਹ ਰਹੀ ਆ ਕਿ ਇਹਨੂੰ ਪ੍ਰਮੋਟ ਕੀਤਾ ਜਾਵੇ, ਯਾਨੀ ਕਿ ਇਹ ਹਰ ਜਗ੍ਹਾ ਤੇ ਹੀ ਆ। ਖਾਸ ਕਰਕੇ ਸ਼ਰਾਬ ਦਾ ਧੰਦਾ ਜਿਹੜਾ, ਇਹਦੇ ਤੋਂ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਪੈਸਾ ਕਮਾਉਂਦੀਆਂ ਨੇ। ਜੇ ਜਾਪਾਨ 'ਚ ਇੱਦਾਂ ਹਾਲਤ ਤੇ ਭਾਰਤ ਵਿੱਚ ਤੇ ਫਿਰ ਕੋਈ ਗੱਲ ਹੀ ਵੱਖਰੀ ਆ। ਹਾਂ, ਇਹ ਜ਼ਰੂਰ ਹੈ ਕਿ ਇੱਥੇ ਜਿਹੜੇ ਉਹਨਾਂ ਦੇ ਸੈਲਫ ਇੰਟਰਸਟ ਹੁੰਦੇ ਆ ਲੀਡਰਾਂ ਦੇ, ਤੇ ਮੈਨੂੰ ਨਹੀਂ ਪਤਾ ਜਾਪਾਨ 'ਚ ਕਿੱਦਾਂ ਦੇ ਇੰਟਰਸਟ ਹੁੰਦੇ ਆ ਕਿ ਨਹੀਂ ਹੁੰਦੇ, ਉਹ ਕਿਤੇ ਟੈਕਸ ਹੀ ਇਕੱਠਾ ਕਰਨ ਲਈ ਕਰਦੇ ਹੋਣ ਸ਼ਾਇਦ, ਪਰ ਸਾਡੇ ਲੋਕ ਤੇ ਟੈਕਸ ਨਾਲੋਂ ਪਹਿਲਾਂ ਆਪਣਾ ਘਰ ਭਰਨ ਦਾ ਸੋਚਦੇ ਆ ਨਾ। ਬਿਲਕੁਲ ਫਰਕ ਹੈ, ਤੇ ਉੱਥੇ ਦੇ ਸਿਸਟਮ ਦੇ ਵਿੱਚ ਜਾਪਾਨ ਦੇ ਵਿੱਚ ਜੇ ਸ਼ਾਇਦ ਉਹਨਾਂ ਨੂੰ ਇਹ ਜ਼ਰੂਰਤ ਮਹਿਸੂਸ ਹੋਏਗੀ ਰੈਵਨਿਊ ਦੇ ਮਾਮਲੇ ਦੇ ਵਿੱਚ, ਇੰਡੀਵਿਜੂਅਲੀ ਜਿਹੜੇ ਪੋਲੀਟੀਕਲ ਲੀਡਰਸ਼ਿਪ ਜਿਹੜੀ ਆ ਉਹ ਉੱਥੋਂ ਕੋਈ ਇੱਦਾਂ ਦੀਆਂ ਕਰਪਸ਼ਨ ਦੀਆਂ ਕੋਈ ਬਹੁਤੀਆਂ ਖਬਰਾਂ ਅਸੀਂ ਕਦੀ ਦੇਖੀਆਂ ਨਹੀਂ ਹੈ। ਤੇ ਭਾਰਤ ਵਰਗੇ ਮੁਲਕ ਦੇ ਵਿੱਚ ਜ਼ਿਆਦਾ ਇੰਪੋਰਟੈਂਸ ਜਿਹੜੀ ਹੈ ਇਸ ਗੱਲ ਨੂੰ ਆ ਕਿ ਕਿੱਥੋਂ ਕਿਹੜਾ ਲਾਭ ਜਿਹੜਾ ਸਾਨੂੰ ਮਿਲ ਸਕਦਾ ਹੈ। ਸਿਆਸਤ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਅੱਜ ਕੱਲ੍ਹ, ਜਿਸ ਰੂਪ ਦੇ ਵਿੱਚ ਸਾਡੀ ਪੋਲਿਟਿਕਸ ਹੈ,
ਉਹਦੇ 'ਚ ਸਿਆਸਤ 'ਚ ਆਉਣ ਵੇਲੇ ਧਿਆਨ ਇਹੀ ਧਿਆਨ ਰੱਖਿਆ ਜਾਂਦਾ ਹੈ ਕਿ ਸਿਆਸਤ 'ਚ ਜਾ ਕੇ ਕਮਾਈ ਜਿਹੜੀ ਆ ਉਹ ਕਿਸ ਲੈਵਲ ਤੇ ਹੋ ਸਕਦੀ ਹੈ, ਜਾਂ ਕਮਾਈ ਜਿਹੜੀ ਕਿਵੇਂ ਕਰਨੀ ਹੈ। ਯਾਨੀ ਸਿਆਸਤ 'ਚ, ਜਿੱਦਾਂ ਮੈਂ ਅੱਗੇ ਵੀ ਕਹਿਣਾ ਹੁੰਦਾ, ਜਿਹੜਾ ਕਿਸੇ ਵੇਲੇ ਸੇਵਾ ਦਾ ਖੇਤਰ ਹੁੰਦਾ ਸੀ, ਉਹ ਮਤਲਬ ਵਪਾਰ ਤੋਂ ਵੀ ਅੱਗੇ ਜਾ ਕੇ ਧੰਦਾ ਹੋ ਗਿਆ। ਤੇ ਇਸ ਕਰਕੇ ਇੱਥੇ ਫਿਰ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਸਾਡੇ ਕੋਲ ਜ਼ਿਆਦਾ ਆਉਂਦੇ ਆ। ਕਿਸੇ ਵੀ ਖੇਤਰ ਦੇ ਵਿੱਚ ਸ਼ਰਾਬ ਤਾਂ ਹੈ ਹੀ, ਕਿਸੇ ਵੀ ਖੇਤਰ ਦੇ ਵਿੱਚ ਜੇ ਤੁਸੀਂ ਦੇਖਦੇ ਆ, ਕਿਸੇ ਵੀ ਸੈਕਟਰ ਦੇ ਵਿੱਚ ਦੇਖਦੇ ਆ, ਤੇ ਉੱਥੇ ਜਿਹੜੀ ਕਰਪਸ਼ਨ ਦਾ ਜਿਹੜਾ ਫੈਲਾਅ ਜਿਹੜਾ ਆ ਉਹ ਪਹਿਲੇ ਵਰ੍ਹਿਆਂ ਦੇ ਮੁਕਾਬਲੇ ਇਹਨਾਂ ਵਰ੍ਹਿਆਂ ਦੇ ਵਿੱਚ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਹੋਇਆ ਹੈ। ਯਾਨੀ ਕੋਈ ਵੀ ਤੁਸੀਂ ਖੇਤਰ ਚੱਕ ਲਓ, ਉੱਥੇ ਤੁਹਾਨੂੰ ਇਹ ਸਾਰਾ ਕੁਝ ਦਿਖਾਈ ਦੇਊਗਾ। ਤੇ ਉਹਦੀ ਜੜ ਦੇ ਵਿੱਚ ਪੋਲੀਟੀਕਲ ਕਰਪਸ਼ਨ ਹੈ, ਭ੍ਰਿਸ਼ਟਾਚਾਰ ਕਿਸੇ ਵੀ ਕਿਸਮ ਦਾ ਹੋਵੇ, ਉਹਦੀ ਮਾਂ ਜਿਹੜੀ ਹੈ ਉਹ ਸਿਆਸੀ ਭ੍ਰਿਸ਼ਟਾਚਾਰ ਹੈ। ਇਹ ਬਿਲਕੁਲ ਸਾਬਤ ਹੋ ਚੁੱਕਾ ਭਾਰਤ ਦੇ ਵਿੱਚ। ਜੀ ਦਸਾਂਝ ਸਾਹਿਬ, ਮਲੇਰਕੋਟਲਾ ਦਾ ਪਿੰਡ ਆ ਅਬਦੁੱਲਾਪੁਰ, ਉੱਥੋਂ ਦੇ ਇੱਕ ਗ੍ਰੰਥੀ ਨੂੰ ਜਿਹੜਾ ਕਹਿੰਦੇ ਦਲਿਤ ਭਾਈਚਾਰੇ ਦਾ ਆ, ਉਹਦੇ ਨਾਲ ਕੋਈ ਵਧੀਕੀ ਹੋਈ ਆ। ਇਹੋ ਜੀ ਖਬਰ ਆ ਰਹੀ ਆ ਕਿ ਉਹਦਾ ਮੂੰਹ ਕਾਲਾ ਕੀਤਾ ਗਿਆ ਤੇ ਜ਼ਬਰਦਸਤੀ ਉਹਨੂੰ ਪਿਸ਼ਾਬ ਜਿਹੜਾ ਉਹ ਪਿਆਇਆ ਗਿਆ। ਕੇਸਾਂ ਦੀ ਬੇਅਦਬੀ ਤੇ ਚਲੋ ਝੱਟ ਹੀ ਕਹਿ ਦਿੰਦੇ ਵੀ ਨਾਲ ਹੋਈ, ਗ੍ਰੰਥੀ ਸੀ, ਉਹਦੇ ਕੇਸਾਂ ਦੀ ਬੇਅਦਬੀ ਤੇ ਵਾਕਿਆ ਹੀ ਹੋਈ ਹੋਊਗੀ ਜਦੋਂ ਉਹਦੀ ਪੱਗ ਪੁੱਗ ਲਾਈ ਹੋਊਗੀ। ਤੇ ਕੋਈ ਬਾਲਮੀਕੀ ਸਭਾ ਆ, ਉਹਨੇ ਇਹ ਕੇਸ ਚੁੱਕਿਆ ਉਹਨਾਂ ਦਾ। ਇਹ ਕੀ ਘਟਨਾ ਆ ਕਿ ਪੰਜਾਬ 'ਚ ਵੀ ਯੂਪੀ ਵਰਗਾ ਮਾਹੌਲ ਬਣ ਜਾਏਗਾ ਕਿ ਦਲਿਤਾਂ ਨੂੰ ਇੱਦਾਂ ਫੜ ਕੇ ਉਹਨਾਂ ਨੂੰ ਪਿਸ਼ਾਬ ਪਿਆ ਦਿੱਤਾ ਜਾਏਗਾ? ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਅਸੀਂ ਵੱਖਰੇ ਹਾਂ ਬਾਕੀ ਭਾਰਤ ਨਾਲੋਂ, ਇੱਥੇ ਊਚ ਨੀਚ ਜਾਤ ਪਾਤ ਦਾ ਉਸ ਤਰ੍ਹਾਂ ਦਾ ਬੋਲਬਾਲਾ ਨਹੀਂ ਆ, ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਖਬਰਾਂ ਫਿਰ ਵੀ ਆ ਹੀ ਜਾਂਦੀਆਂ। ਨਹੀਂ, ਦੇਖੋ ਗੱਲ ਇਹ ਆ, ਇਹ ਜਿਹੜੀ ਘਟਨਾ ਹੈ, ਇਸ ਘਟਨਾ ਦੀਆਂ ਪਰਤਾਂ ਤਾਂ ਹਾਲੇ ਖੁੱਲਣਗੀਆਂ ਵੀ ਅਸਲ ਇਹਦੇ ਕਾਰਨ ਕੀ ਹੈ। ਪਰ ਓਵਰਆਲ ਜਦੋਂ ਆਪਾਂ ਗੱਲ ਕਰਦੇ ਆ, ਜਿਸ ਤਰ੍ਹਾਂ ਦਾ ਵਿਹਾਰ ਜਿਹੜਾ 21ਵੀਂ ਸਦੀ ਦੇ ਵਿੱਚ ਵੀ ਭਾਰਤ ਦੇ ਵਿੱਚ ਦਲਿਤ ਭਾਈਚਾਰੇ ਨਾਲ ਜਾਂ ਐਸਸੀ ਕੈਟਾਗਰੀ ਜਾਂ ਪਛੜੇ ਵਰਗਾਂ ਦੇ ਨਾਲ ਦਿਖਾਈ ਦਿੰਦਾ, ਉਹ ਬਹੁਤ ਸ਼ਰਮਨਾਕ ਹੈ। ਥੋੜੇ ਦਿਨ ਪਹਿਲਾਂ ਜਲੌਰ ਤੋਂ ਜਿਹੜੀ ਘਟਨਾ ਸਾਡੇ ਸਾਹਮਣੇ ਆਈ ਸੀ ਕਿ ਇੱਕ ਬੱਚੇ ਨੇ, ਸਾਡੇ ਤੀਜੀ ਕਲਾਸ ਦੇ ਬੱਚੇ ਨੇ ਜਿਹੜਾ ਆ, ਉਹ ਆਪਣੇ ਟੀਚਰ ਦੇ ਮਟਕੇ ਚੋਂ ਪਾਣੀ ਪੀ ਲਿਆ। ਜਦੋਂ ਨਾ ਇੰਦਰ ਸੀ, ਮੈਂ ਗੱਲ ਇਹ ਵੀ ਕਰ ਰਿਹਾ ਸੀ, ਪਰਸੋਂ ਆਪਾਂ ਕਰ ਰਹੇ ਸੀ ਵੀ ਇੰਦਰ ਜਿਹੜਾ ਆ ਉਹ ਪਾਣੀ ਦਾ ਦੇਵਤਾ ਆ, ਬਾਰਿਸ਼ ਦਾ ਦੇਵਤਾ ਆ, ਤੇ ਉਹ ਪਿਆਸਾ ਵਿਚਾਰਾ, ਤੇ ਉਹਨੇ ਪਾਣੀ ਪੀ ਲਿਆ ਆਪਣੇ ਅਧਿਆਪਕ ਦੇ ਮਟਕੇ ਚੋਂ, ਤੇ ਉਹਨੂੰ ਕੁੱਟ-ਕੁੱਟ ਕੇ ਜਿੱਦਾਂ ਮਤਲਬ ਲਗਭਗ ਮਰਨ ਅਵਸਥਾ ਦੇ ਵਿੱਚ ਉਹਨੇ ਟੀਚਰ ਨੇ ਛੱਡਿਆ, ਤੇ 24 ਦਿਨ ਬਾਅਦ ਉਹਦੀ ਮੌਤ ਹੋਈ। ਇੱਦਾਂ ਦੀਆਂ ਘਟਨਾਵਾਂ ਬਾਕੀ ਦੇਸ਼ ਦੇ ਵਿੱਚੋਂ ਵੀ ਆਉਂਦੀਆਂ ਰਹਿੰਦੀਆਂ, ਰਿਪੋਰਟ ਹੁੰਦੀ ਰਹਿੰਦੀ ਹੈ। ਪਰ ਪੰਜਾਬ ਦੇ ਵਿੱਚ ਆਮ ਤੌਰ ਦੇ ਉੱਤੇ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਪੰਜਾਬ ਦੇ ਵਿੱਚ ਉਹ ਸਥਿਤੀ ਨਹੀਂ ਹੈ ਜਿਹੜੀ ਸ਼ਾਇਦ ਬਾਕੀ ਜਿਹੜੇ ਪਛੜੇ ਹੋਏ ਸੂਬੇ ਆ, ਬਿਹਾਰ ਦੇ ਵਿੱਚ ਹੈ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਹੈ, ਇਹ ਅਕਸਰ ਅਸੀਂ ਗੱਲ ਕਰਦੇ ਹਾਂ। ਪਰ ਪੰਜਾਬ ਦੇ ਵਿੱਚ ਵੀ ਇੱਦਾਂ ਦੀਆਂ ਘਟਨਾਵਾਂ ਦਾ ਜਿਹੜਾ ਸਿਲਸਿਲਾ ਆ, ਉਹ ਭਾਵੇਂ ਦੇਰ ਬਾਅਦ ਘਟਨਾ ਕੋਈ ਵਾਪਰਦੀ ਹੋਵੇ, ਪਰ ਉਹ ਘਟਨਾਵਾਂ ਜਿਹੜੀਆਂ ਪੰਜਾਬ 'ਚ ਵੀ ਵਾਪਰਦੀਆਂ। ਪੰਜਾਬ ਦੇ ਵਿੱਚ ਵੀ ਇਸ ਕਿਸਮ ਦਾ ਮਾਹੌਲ ਹੈ ਕਿ ਜਿਹੜਾ ਇਹ ਭਾਈਚਾਰਾ ਆ, ਜਿਹੜੇ ਛੋਟੇ ਤਬਕੇ ਆ, ਉਹਨਾਂ ਦੇ ਨਾਲ ਵਿਹਾਰ ਦੇ ਮਾਮਲੇ ਦੇ ਵਿੱਚ ਕੋਈ ਬਹੁਤ ਚੰਗੀਆਂ ਮਿਸਾਲਾਂ ਬਹੁਤੀਆਂ ਨਹੀਂ ਦਿਖਾਈ ਦਿੰਦੀਆਂ। ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੀਆਂ ਬਸਤੀਆਂ ਦੇ ਵਿੱਚ ਵੀ ਅਕਸਰ ਵਿਹਾਰ ਦੇ ਮਾਮਲੇ ਦੇ ਵਿੱਚ ਅਸੀਂ ਦੇਖਿਆ ਕਿ ਇਹਨਾਂ ਤਬਕੇ ਦੇ ਜਿਹੜੇ ਲੋਕ ਆ, ਉਹਨਾਂ ਨਾਲ ਬਹੁਤ ਮਿਸਬਿਹੇਵ ਜਿਹੜਾ ਹੁੰਦਾ ਹੈ, ਤੇ ਕਈ ਵਾਰੀ ਫਿਰ ਸਿਰੇ ਦੀ ਘਟਨਾ ਵਾਪਰ ਜਾਂਦੀ ਹੈ। ਰਣਜੀਤ ਕੌਰ ਕਾਂਡ ਸਾਡੇ ਸਾਹਮਣੇ ਹੈ, ਮਹਿਲ ਕਲਾਂ ਵਾਲਾ, ਜਿਹਦੇ 'ਚ ਮਤਲਬ ਉਹ ਚੌਧਰੀਆਂ ਦੇ ਜਿਹੜੇ ਜੱਟ ਨੇ, ਚੌਧਰੀ ਨੇ, ਉਹਨਾਂ ਦੇ ਮੁੰਡਿਆਂ ਨੇ ਕਿਵੇਂ ਉਹਦੇ ਨਾਲ ਬਲਾਤਕਾਰ ਕੀਤਾ ਤੇ ਫਿਰ ਉਹਦੀ ਲਾਸ਼ ਨੂੰ ਦੱਬਿਆ, ਤੇ ਲੰਮੀ ਲੜਾਈ ਉਹ ਚੱਲੀ ਹੈ। ਲੰਮੀ ਲੜਾਈ ਦੇ ਵਿੱਚ ਲੜਨ ਵਾਲੇ ਲੋਕਾਂ ਨੂੰ ਬਾਅਦ ਵਿੱਚ ਜਿਹੜੀ ਹੈ ਉਹ ਝੂਠੇ ਕੇਸਾਂ ਦੇ ਵਿੱਚ ਫਸਾਇਆ ਗਿਆ। ਲੜਨ ਵਾਲੇ ਲੋਕਾਂ ਦੇ ਵਿੱਚ ਉਹ ਪ੍ਰੀਤਮ ਸਿੰਘ ਦਰਦੀ ਵੀ ਸ਼ਾਮਲ ਸੀ, ਜਿਨ੍ਹਾਂ ਦੇ ਪਿੱਛੇ ਮੌਤ ਹੋਈ ਆ। ਪਰਸੋਂ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਸੀ, ਲੈਨਿਨ ਕਿਤਾਬਕਾਰ ਵਾਲੇ। ਤੇ ਸੋ ਅਲਟੀਮੇਟਲੀ ਇੱਦਾਂ ਦੀਆਂ ਘਟਨਾਵਾਂ ਵੀ ਵਾਪਰੀਆਂ ਪੰਜਾਬ ਦੇ ਵਿੱਚ ਵੀ। ਇਹ ਕੁਝ ਜਿਹੜਾ ਥੋੜਾ ਬਹੁਤ ਕਿਤੇ ਕੋਈ ਗਲਤੀ ਕੀਤੀ ਹੈ, ਕਿਸੇ ਨੇ ਕੋਈ ਚੋਰੀ ਕੀਤੀ ਆ, ਇੱਕ ਔਰਤਾਂ ਦਾ ਇੱਕ ਗਰੁੱਪ ਸੀ, ਉਹਨਾਂ ਦੇ ਮੱਥਿਆਂ ਦੇ ਉੱਤੇ ਚੋਰਨੀ ਜਿਹੜਾ ਆ ਉਹ ਬਕਾਇਦਾ ਖੁਣ ਦਿੱਤਾ ਗਿਆ ਸੀ। ਸੋ ਮੈਂ ਸਮਝਦਾ ਕਿ ਪੰਜਾਬ ਵਰਗੇ ਸੂਬੇ 'ਚੋਂ ਵੀ ਇੱਦਾਂ ਦੀਆਂ ਖਬਰਾਂ ਦਾ ਆਉਣਾ ਉਹ ਬਹੁਤ ਜ਼ਿਆਦਾ ਸ਼ਰਮਨਾਕ ਹੈ। ਉਂਝ ਅਸੀਂ ਪਿੰਡਾਂ ਦੇ ਵਿੱਚ ਦੁਆਬੇ ਵਾਲੇ ਲੋਕ ਜਿਹੜੇ ਬਹੁਤਾ ਅਸੀਂ ਦੇਖਿਆ ਜਾਂ ਜਿਹੜਾ ਮਹਿਸੂਸ ਕੀਤਾ, ਕੁਝ ਜਿਹੜੇ ਪ੍ਰੋਗਰੈਸਿਵ ਪਿੰਡ ਹੈ ਉਹਨਾਂ ਪਿੰਡਾਂ ਦੇ ਵਿੱਚ ਇਹ ਬਹੁਤ ਘੱਟ ਇੱਦਾਂ ਦੇ ਮਾਮਲੇ ਦੇਖਣ ਨੂੰ ਆਉਂਦੇ ਆ। ਸਗੋਂ ਸਾਂਝ ਜਿਹੜੀ ਆ ਕਾਫੀ ਦਿਖਾਈ ਦਿੰਦੀ ਹੈ, ਪਰ ਬਹੁਤੇ ਪਿੰਡਾਂ ਦੇ ਵਿੱਚ ਹਾਲੇ ਵੀ ਜਿਹੜਾ ਆ
ਦਲਿਤ ਭਾਈਚਾਰਾ ਜਿਹੜਾ ਆ ਉਹਦਾ ਜਿਹੜਾ ਸਵੈਮਾਨ ਹੈ ਉਹਨੂੰ ਅਕਸਰ ਜਿਹੜੀ ਹੈ ਉਹ ਸੱਟ ਮਾਰੀ ਜਾਂਦੀ ਹੈ। ਤੇ ਇਹ ਕਦੋਂ ਬਦਲੇਗਾ ਕਿਹਾ ਨਹੀਂ ਜਾ ਸਕਦਾ। ਜਿੱਦਾਂ ਅਸੀਂ ਕਈ ਵਾਰੀ ਗੱਲ ਕਰਦੇ ਹਾਂ ਵੀ ਵਿਕਸਿਤ ਮੁਲਕ ਜਿਹੜੇ ਹੈ ਉੱਥੇ ਨਸਲਵਾਦ ਦੇ ਇੱਕ ਬਹੁਤ ਵੱਡੀ ਗੰਭੀਰ ਕਿਸਮ ਦੀ ਬਿਮਾਰੀ ਜਿਹੜੀ ਹੈ ਰਹੀ ਹੈ ਤੇ ਅੱਗੇ ਨਾਲੋਂ ਚੀਜ਼ਾਂ ਬਦਲ ਗਈਆਂ, ਪਰ ਕਈ ਵਾਰੀ ਫੇਰ ਕੋਈ ਘਟਨਾ ਵਾਪਰ ਜਾਂਦੀ ਹੈ ਜਿੱਥੋਂ ਲੱਗਦਾ ਹੈ ਕਿ ਉਹ ਸਾਰਾ ਕੁਝ ਉਵੇਂ ਹੀ ਆ ਹਾਲੇ, ਭਾਵੇਂ ਉਹਨਾਂ ਦੀ ਤਾਦਾਦ ਘਟੀ ਆ ਘਟਨਾਵਾਂ ਦੀ। ਜਿੱਦਾਂ ਅਮਰੀਕਾ ਦੇ ਵਿੱਚ ਜਾਰਜ ਫਲਾਇਡ ਵਾਲੀ ਘਟਨਾ ਜਿਹੜੀ ਹੋਈ ਸੀ 2.5-3 ਸਾਲ ਪਹਿਲਾਂ, ਕਿ ਕਿਵੇਂ ਇੱਕ ਗੋਰੇ ਪੁਲਿਸ ਅਫਸਰ ਨੇ ਇੱਕ ਕਾਲੇ ਦੀ ਧੌਣ ਉੱਤੇ ਗੋਡਾ ਰੱਖਿਆ ਤੇ ਉਦੋਂ ਤੱਕ ਛੱਡਿਆ ਨਹੀਂ ਜਦ ਤੱਕ ਉਹਦੀ ਜਾਨ ਨਹੀਂ ਚਲੀ ਗਈ। ਸੋ ਇਦਾਂ ਦੀਆਂ ਘਟਨਾਵਾਂ ਮਨ ਨੂੰ ਠੇਸ ਪਹੁੰਚਾਉਂਦੀਆਂ ਲਾਜ਼ਮੀ ਤੌਰ ਤੇ। ਅੱਗੇ ਨਾਲੋਂ ਕਾਫੀ ਕੁਝ ਬਦਲ ਗਿਆ, ਪਰ ਭਾਰਤ ਵਰਗਾ ਮੁਲਕ ਜਿਹੜਾ ਆ ਤਰੱਕੀ ਯਾਫਤਾ ਮੁਲਕ ਹੈ, ਮਲਟੀ ਕਲਚਰਡ ਮੁਲਕ ਹੈ, ਮਲਟੀ ਲੈਂਗੁਏਜ ਮੁਲਕ ਹੈ, ਬਹੁਤ ਸਾਰੀਆਂ ਜਾਤਾਂ ਫਿਰਕੇ ਇੱਥੇ ਹੈ। ਉੱਥੇ ਜਿਹੜੀਆਂ ਪਛੜੀਆਂ ਜਿਹੜੀਆਂ ਸ਼੍ਰੇਣੀਆਂ ਹੈਗੀਆਂ, ਖਾਸ ਤੌਰ ਤੇ SC ਤੇ OBC, ਉਹਨਾਂ ਨਾਲ ਵਿਹਾਰ ਦੇ ਮਾਮਲੇ ਦੇ ਵਿੱਚ ਕੋਈ ਇਨਕਲਾਬੀ ਜਾਂ ਸਿਫਤੀ ਤਬਦੀਲੀ ਬਹੁਤੀ ਨਹੀਂ ਦਿਖਾਈ ਦਿੰਦੀ ਇਨ ਪ੍ਰੈਕਟਿਸ। ਜੀ ਦਸਾਂਝ ਸਾਹਿਬ, ਇੱਕ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਮੇਰੇ ਸਾਹਮਣੇ ਆ, ਖਬਰ ਕਿਸੇ ਅਖਬਾਰ ਨੇ ਲਾਈ ਆ, ਉਹ ਇਹ ਆ ਕਿ ਕੋਈ ਵਿਅਕਤੀ ਆਸਟ੍ਰੇਲੀਆ ਜਾਣਾ ਚਾਹੁੰਦਾ ਆ, ਉਹਦਾ ਵਿਆਹ ਸ਼ਾਇਦ ਥੋੜੀ ਦੇਰ ਪਹਿਲਾਂ ਹੋਇਆ ਤੇ ਉਹਦੀ ਘਰ ਵਾਲੀ ਨੇ ਪਟੀਸ਼ਨ ਪਾਈ ਹੋਈ ਸੀ ਕਿ ਇਹ ਲੋਕ ਮੁੜ ਕੇ ਵਿਦੇਸ਼ੋਂ ਵਾਪਸ ਨਹੀਂ ਪਰਤਦੇ ਜੋ ਚਲ ਜਾਂਦੇ। ਤੇ ਔਰਤਾਂ ਦੀ ਦੁਰਦਸ਼ਾ ਆਪਾਂ ਵੇਖਦੇ ਰਹੇ ਹਾਂ ਪਿਛਲੇ ਸਮਿਆਂ 'ਚ। ਇਹ ਗੱਲ ਬੜੀ ਰਹੀ ਆ ਕਿ ਵਿਆਹ ਕਰਾ ਕੇ ਵਿਦੇਸ਼ੀ ਲਾੜੇ ਮੁੜ ਕੇ ਮੁੜਦੇ ਨਹੀਂ ਤੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ। ਤੇ ਹੁਣ ਤੇ ਖੈਰ ਸਮਾਂ ਬਦਲ ਗਿਆ, ਹੁਣ ਤੇ ਕੁੜੀਆਂ ਆਇਲਟਸ ਕਰਕੇ ਆਉਂਦੀਆਂ ਨੇ ਤੇ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ, ਬਹੁਤ ਕੁਝ ਹੁੰਦਾ। ਤੇ ਉਸ ਕੇਸ ਦੇ ਵਿੱਚ ਪਾਰਟਿਕੂਲਰਲੀ ਅਦਾਲਤ ਨੇ ਇੱਕ ਨਿਵੇਕਲਾ ਜਿਹਾ ਫੈਸਲਾ ਦਿੱਤਾ ਕਿ ਜੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਅਜੇ ਉਹ ਵਿਅਕਤੀ ਗਿਆ ਨਹੀਂ, ਉਹ ਜਾਣਾ ਚਾਹੁੰਦਾ ਆ, ਪਰ ਉਹਦੀ ਵਾਈਫ ਨੇ ਪਹਿਲਾਂ ਹੀ ਪਟੀਸ਼ਨ ਦਰਜ ਕੀਤੀ ਆ ਕਿ ਆਮ ਕੇਸਾਂ 'ਚ ਇਹ ਲੋਕ ਵਾਪਸ ਨਹੀਂ ਆਉਂਦੇ, ਜੇ ਨਾ ਆਇਆ ਤਾਂ ਮੇਰੀ ਜ਼ਿੰਦਗੀ ਦਾ ਕੀ ਹੋਊਗਾ। ਤੇ ਕੋਰਟ ਨੇ ਕਹਿ ਦਿੱਤਾ ਹੈ ਕਿ ਜੇ ਇਦਾਂ ਦਾ ਕੋਈ ਕੇਸ ਹੁੰਦਾ ਆ, ਉਹਨੂੰ ਸ਼ਰਤਾਂ ਦੇ ਆਧਾਰ ਤੇ ਜਾਣ ਦੀ ਇਜਾਜ਼ਤ ਹੈ ਕਿ ਜੇ ਉਹ ਵਾਪਸ ਨਾ ਪਰਤਿਆ ਤੇ ਉਹਦੀ ਜਿਹੜੀ ਜੱਦੀ ਜਾਇਦਾਦ ਉਹਦੇ ਫਾਦਰ ਦੇ ਨਾਂ ਦੀ, ਉਹਦੀ ਵੀ ਕੁਰਕੀ ਕਰ ਲਈ ਜਾਊਗੀ। ਉਸ ਔਰਤ ਦੇ ਹੱਕ ਦੇ ਵਿੱਚ ਉਹਦਾ ਜਿਹੜਾ ਆ ਉਹ ਸੁਣਾ ਦਿੱਤਾ ਜਾਊਗਾ ਕਿ ਉਹ ਜਾਇਦਾਦ ਦੀ ਵਾਰਸ ਉਹ ਹੋਏਗੀ। ਇਸ ਤਰ੍ਹਾਂ ਦੇ ਕਈ ਕੇਸ ਆਉਂਦੇ ਆ ਜੀ ਸਾਹਮਣੇ। ਹਾਈ ਕੋਰਟ ਦਾ ਫੈਸਲਾ, ਪੰਜਾਬ ਹਰਿਆਣਾ ਹਾਈ ਕੋਰਟ ਦਾ, ਕਿਉਂਕਿ ਵਿਅਕਤੀ ਅਜੇ ਗਿਆ ਵੀ ਨਹੀਂ, ਜਾਣਾ ਚਾਹੁੰਦਾ, ਪਰ ਇਹਨਾਂ ਸ਼ਰਤਾਂ ਦੇ ਉੱਤੇ ਕੋਰਟ ਨੇ ਉਹਨੂੰ ਇਜਾਜ਼ਤ ਦਿੱਤੀ ਆ ਕਿ ਜੇ ਵਾਪਸ ਨਾ ਪਰਤਿਆ ਤਾਂ ਤੇਰੇ ਪਿਓ ਦੀ ਜਾਇਦਾਦ ਵੀ ਇਸ ਕੁੜੀ ਨੂੰ ਦੇ ਦੇਣੀ ਅਸੀਂ। ਮੈਨੂੰ ਲੱਗਦਾ ਕਿ ਇਹ ਨਿਵੇਕਲਾ ਕੇਸ ਹੈ ਤੇ ਇਸ ਕੇਸ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਪਹਿਲਾਂ ਹੀ ਮਤਲਬ ਪਰਿਵਾਰ ਦੇ ਵਿੱਚ ਗੰਭੀਰ ਕਿਸਮ ਦੇ ਮਤਭੇਦ ਰਹੇ ਹੋਣਗੇ, ਤਾਂ ਹੀ ਕੋਈ ਪਤਨੀ ਜਿਹੜੀ ਹੈ ਇਸ ਤਰ੍ਹਾਂ ਅਦਾਲਤ ਦੀ ਸ਼ਰਨ ਵਿੱਚ ਜਾਂਦੀ ਹੈ ਵੀ ਪਹਿਲੇ ਉਹਨਾਂ ਦੀ ਕੋਈ ਅੰਡਰਸਟੈਂਡਿੰਗ ਨਹੀਂ ਹੈ, ਲੜਾਈ ਝਗੜਾ ਪਹਿਲੇ ਉਹਨਾਂ ਦੇ ਵਿੱਚ ਹੁੰਦਾ ਰਿਹਾ ਹੋਏਗਾ, ਤੇ ਨਹੀਂ ਤਾਂ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਤੇ ਪਹਿਲਾਂ ਤੋਂ ਹੀ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਰਿਹਾ ਹੋਏਗਾ, ਜਿਸ ਤੋਂ ਬਾਅਦ ਪਤਨੀ ਮਜਬੂਰ ਹੋਈ ਹੋਏਗੀ ਉਹਨੂੰ ਰੋਕਣ ਵਾਸਤੇ, ਜਾਂ ਕੋਈ ਇਹਦੇ ਕੇਸ ਦੀ ਤਹਿ ਤੱਕ ਜਾਣ ਦੀ ਜ਼ਰੂਰਤ ਹੈ ਵੀ ਉਹ ਆਸਟ੍ਰੇਲੀਆ, ਹੋ ਸਕਦਾ ਉਹ ਜਾਣਾ ਹੀ ਇਸ ਕਰਕੇ ਚਾਹੁੰਦਾ ਹੋਵੇ ਕਿ ਕਈ ਵਾਰ ਕਈ ਕੇਸ ਹੁੰਦੇ ਆ ਇੱਦਾਂ ਦੇ ਮੁਹੱਬਤੀ ਕਹਿ ਲਓ ਕਿੱਸੇ ਹੁੰਦੇ ਆ ਜਿਹਦੇ 'ਚ ਕੋਈ ਸਾਂਝਾ ਹੁੰਦੀਆਂ ਕਈ ਕਿਸਮ ਦੀਆਂ, ਤੇ ਇਸ ਕਰਕੇ ਕੋਈ ਵਿਅਕਤੀ ਜਿਹੜਾ ਆ ਇੱਧਰੋਂ ਉੱਧਰ ਜਿਹੜਾ ਆ ਉਹ ਹਿਜਰਤ ਕਰਨੀ ਚਾਹੁੰਦਾ ਜਾਂ ਪ੍ਰਵਾਸ ਕਰਨਾ ਚਾਹੁੰਦਾ ਹੈ। ਸੋ ਇਸ ਮਾਮਲੇ 'ਚ ਕੋਈ ਇੱਦਾਂ ਦੀ ਵੀ ਗੱਲ ਹੋ ਸਕਦੀ ਹੈ, ਪਰ ਅਦਾਲਤ ਵੱਲੋਂ ਜਿਸ ਤਰ੍ਹਾਂ ਦਾ ਫੈਸਲਾ ਦਿੱਤਾ ਗਿਆ ਉਹਦਾ ਹੁਣ ਕਾਨੂੰਨੀ ਨੁਕਤਾ ਨਜ਼ਰ ਤੋਂ ਤਾਂ ਅਸੀਂ ਕੁਛ ਕਹਿ ਨਹੀਂ ਸਕਦੇ, ਪਰ ਇੱਕ ਔਰਤ ਦੇ ਪੱਖ ਦੇ ਵਿੱਚ ਇਸ ਕਿਸਮ ਦਾ ਫੈਸਲਾ ਦੇਣਾ ਜਿਹੜਾ ਆ ਉਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਪਹਿਲੀ ਵਾਰ ਇੱਦਾਂ ਦੇ ਕੋਈ ਕੇਸ ਅਸੀਂ ਦੇਖਿਆ। ਤੇ ਵਧੀਆ ਗੱਲ ਵੀ ਹੈ ਕਿ ਹਾਂ ਵੀ ਜੇ ਤੁਸੀਂ ਸਾਰਾ ਕੁਝ ਇੱਦਾਂ ਸਮਝਦੇ ਹੋ ਵੀ ਤੁਸੀਂ ਜਿੱਥੇ ਮਰਜ਼ੀ ਜਾ ਵੀ ਸਕਦੇ ਹੋ, ਕਿਤੇ ਵੀ ਜਾ ਕੇ ਕੋਈ ਹੋਰ ਆਪਣਾ ਜੀਵਨ ਸ਼ੁਰੂ ਕਰ ਸਕਦੇ ਹੋ, ਤੇ ਫਿਰ ਜਿਹੜਾ ਪਿੱਛੇ ਤੁਹਾਡਾ ਸਾਰਾ ਕੁਝ ਉਹ ਤੇ ਵੀ ਦਾਅਵਾ ਤੁਹਾਡਾ ਰਹਿੰਦਾ ਹੈ, ਤੇ ਫਿਰ ਔਰਤ ਕਿੱਥੇ ਜਾਵੇ। ਸੋ ਮੈਨੂੰ ਲੱਗਦਾ ਕਿ ਇਹ ਸਾਰੇ ਪੱਖ ਵਿਚਾਰੇ ਹੋਣਗੇ। ਮਾਨਯੋਗ ਹਾਈ ਕੋਰਟ ਨੇ ਤਾਂ ਇਸ ਕਿਸਮ ਦਾ ਫੈਸਲਾ ਦਿੱਤਾ। ਦੂਜਾ, ਤੁਸੀਂ ਇੱਕ ਬੜਾ ਮਾਮਲਾ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੋਰੀ ਵੀ ਛਪੀ ਹੈ ਇੱਕ ਸਰਕਲ ਦਾ ਅਖਬਾਰ ਦੇ ਵਿੱਚ ਪਰਸੋਂ, ਵੀ ਪੰਜਾਬ ਦੀ ਹਾਲਤ ਕਿੱਦਾਂ ਦੀ ਹੋ ਗਈ ਹੈ ਵੀ ਕਾਬਲੀਅਤ ਨਹੀਂ ਹੈ ਮੁੰਡਿਆਂ ਦੇ ਵਿੱਚ, ਤੇ ਜਿਨ੍ਹਾਂ 'ਚ ਕਾਬਲੀਅਤ ਨਹੀਂ ਹੈ ਤੇ ਫਿਰ ਉਹ ਕੀ ਕਰਦੇ ਆ ਕਿ ਉਹ ਆਪਣੀ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਵੇਚਦੇ ਆ, 30-35 ਲੱਖ ਰੁਪਈਆ ਲਾਉਂਦੇ ਆ, ਕੋਈ ਪੜ੍ਹੀ ਲਿਖੀ ਕੁੜੀ ਅੰਗੇਜ ਕਰਦੇ ਆ ਜਿਹਨੇ ਆਈਲੈਟਸ ਕੀਤੀ ਹੋਵੇ, ਤੇ ਉਹਨੂੰ ਭੇਜ ਦਿੰਦੇ ਆ ਵਿਆਹ ਕਰਾ ਕੇ ਵੀ ਠੀਕ ਆ ਤੂੰ ਜਾ ਤੇ ਮਗਰੇ ਮੈਨੂੰ ਬੁਲਾ ਲਈ, ਤੇ ਉੱਥੇ ਜਾ ਕੇ ਉਹਨਾਂ ਦੀਆਂ ਕੋਈ ਹੋਰ
ਇੰਟੈਂਸ਼ਨਸ ਹੋ ਜਾਂਦੀਆਂ ਜਾਂ ਕੋਈ ਹੋਰ ਉਹਨਾਂ ਦਾ ਮਾਮਲੇ ਹੁੰਦੇ ਆ, ਤੇ ਉਹ ਕੁੜੀਆਂ ਫਿਰ ਜਿਹੜੀਆਂ ਆ ਉਹ ਸੰਪਰਕ ਕਰਨੋਂ ਵੀ ਹਟ ਜਾਂਦੀਆਂ, ਤੇ 2-4 ਸੁਸਾਈਡ ਦੇ ਕੇਸ ਇਦਾਂ ਦੇ ਪੰਜਾਬ ਦੇ ਵਿੱਚ ਹੋਏ ਆ ਮੁੰਡਿਆਂ ਵੱਲੋਂ। ਹੁਣ ਇਹਦੇ 'ਚ ਕੁੜੀ ਨੂੰ ਦੋਸ਼ੀ ਠਹਿਰਾਇਆ ਜਾਣਾ ਮੈਨੂੰ ਵਾਜਬ ਨਹੀਂ ਲੱਗਦਾ। ਮੈਨੂੰ ਲੱਗਦਾ ਹੈ ਕਿ ਸਿਸਟਮ ਹੀ ਇਹਦੇ ਵਾਸਤੇ ਕਸੂਰਵਾਰ ਹੈ ਵੀ ਤੁਸੀਂ ਇਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਕਰ ਦਿੰਦੇ ਹੋ ਕਿ ਤੁਹਾਡੀਆਂ ਲਾਲਸਾਵਾਂ ਬਹੁਤ ਹੈ, ਤੁਸੀਂ ਕਿਸੇ ਕੈਨੇਡਾ ਵਰਗੇ ਮੁਲਕ 'ਚ ਵਸਣਾ ਚਾਹੁੰਦੇ ਹੋ, ਸੁਪਨਿਆਂ ਦੇ ਵਿੱਚ ਆਉਂਦਾ ਵੀ ਇਸ ਤੋਂ ਵਧੀਆ ਸਵਰਗ ਹੀ ਕੋਈ ਨਹੀਂ, ਤੇ ਜਾ ਤੁਸੀਂ ਸਕਦੇ ਨਹੀਂ ਕਿਉਂਕਿ ਤੁਸੀਂ ਆਪ ਉਹਦੇ ਕਾਬਿਲ ਨਹੀਂ, ਤੇ ਫਿਰ ਤੁਸੀਂ ਇੱਕ ਸੌਦਾ ਕਰਦੇ ਹੋ, ਤੇ ਸੌਦੇ ਦੇ ਵਿੱਚ ਤਾਂ ਫਿਰ ਇਸ ਤਰ੍ਹਾਂ ਦਾ ਸਾਰਾ ਕੁਝ ਵਾਪਰਦਾ ਹੁੰਦਾ। ਜਦੋਂ ਸੌਦੇ ਹੁੰਦੇ ਆ ਤੇ ਉਹਦੇ 'ਚ ਆਨੈਸਟੀ ਨਹੀਂ ਹੁੰਦੀ। ਸੌਦਿਆਂ ਦੇ ਵਿੱਚ ਮਤਲਬ ਸੌਦਾ ਤਾਂ ਸ਼ੁਭ ਲਾਭ ਹੀ ਦੇਖਿਆ ਜਾਂਦਾ ਨਾ, ਵੀ ਇਹਦੇ 'ਚ ਕੌਣ ਕਿੰਨਾ ਮੁਨਾਫਾ ਸਾਹਿਬ ਜਿਹੜੇ ਲੋਕ ਇਹ ਕਰਦੇ ਆ ਨਾ, ਜਿਹੜੇ ਲੋਕ ਇਦਾਂ ਦੇ ਸੌਦੇ ਕਰਦੇ, ਉਹਨਾਂ ਨੂੰ ਪੁੱਛ ਕੇ ਵੇਖੋ, ਕਹਿੰਦੇ ਆ ਵਿਆਹ ਹਮੇਸ਼ਾ ਹੀ ਸੌਦਾ ਰਿਹਾ ਆ। ਵਿਆਹ ਹਮੇਸ਼ਾ ਸਮਾਜਿਕ ਨਜ਼ਰੀਏ ਤੋਂ ਇੱਕ ਸੌਦਾ ਹੀ ਹੁੰਦਾ। ਜਦੋਂ ਅਸੀਂ ਕੁੜੀ ਲਈ ਮੁੰਡਾ ਲੱਭਦੇ ਆ ਤੇ ਵੇਖਦੇ ਆ ਉਹਦੀ ਜ਼ਮੀਨ ਕਿੰਨੀ ਆ, ਉਹਦਾ ਖਾਨਦਾਨ ਕਿਹੋ ਜਿਹਾ, ਉਹ ਪੜ੍ਹਿਆ ਕਿੰਨਾ, ਤਾਂ ਕਿ ਉਹਦੀ ਆਰਥਿਕਤਾ ਨੂੰ ਧਿਆਨ 'ਚ ਰੱਖ ਕੇ ਹੀ ਕੁੜੀ ਨੂੰ ਵਿਆਹੁੰਦੇ ਆ। ਮਗਰੋਂ ਅਸੀਂ ਕਹਿ ਦਿੰਦੇ ਆ ਕਿ ਸੰਜੋਗ ਸੀਗੇ ਇਹਨਾਂ ਦੇ ਧੁਰੋਂ ਲਿਖੇ ਹੋਏ, ਤੇ ਕਰਦੇ ਅਸੀਂ ਪਹਿਲਾਂ ਸਾਰਾ ਕੁਝ ਪੁਣਛਾਣ ਇਸੇ ਕਰਕੇ ਆ ਕਿ ਸੌਦੇਬਾਜ਼ੀ ਕੀਤੀ ਜਾਵੇ ਕਿ ਸਾਡੀ ਕੁੜੀ ਇੰਨੀ ਕੁ ਪੜ੍ਹੀ ਆ, ਤੇ ਮੁੰਡੇ ਵਾਲੇ ਵੀ ਇਦਾਂ ਦੀ ਕਰਦੇ ਆ। ਤੇ ਹੁਣ ਤੇ ਬਹੁਤ ਅੱਗੇ ਚੱਲ ਗਈਆਂ ਚੀਜ਼ਾਂ। ਜਿਹੜੀ ਤੁਸੀਂ ਮਿਸਾਲ ਦੇ ਰਹੇ ਹੋ, ਮੈਂ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀਗਾ ਕਿ ਹੁਣ ਤੇ ਆਈਲਟਸ ਵਾਲੀਆਂ ਕੁੜੀਆਂ ਵਾਲਾ ਮਸਲਾ ਮੈਂ ਜਿਵੇਂ ਗੱਲ ਕਰਤੀ ਸੀ, ਬਹੁਤ ਚਰਚਾ ਹੀ ਨਹੀਂ। ਸਾਡੇ ਸਾਹਮਣੇ ਨੇਕਾਂ ਕੇਸ ਨੇ ਜਿਹੜੇ ਰੋਜ਼ ਨਿੱਤ ਦਿਹਾੜੀ ਵਾਪਰਦੇ ਨੇ। ਇੱਕ ਦੋ ਨਹੀਂ, ਕਈ ਜ਼ਿੰਦਗੀਆਂ ਬਰਬਾਦ ਹੋ ਚੁੱਕੀਆਂ, ਕੁੜੀਆਂ ਦੀਆਂ ਵੀ ਔਰ ਮੁੰਡਿਆਂ ਦੇ ਵੀ ਇਸ ਮਾਮਲੇ 'ਚ। ਤੇ ਸਾਡੇ ਸਮਾਜ ਨੂੰ ਪਤਾ ਨਹੀਂ ਕਦੋਂ ਸਮਝ ਲੱਗਣੀ ਆ ਕਿ ਇਹ ਜਿਹੜੇ ਪਵਿੱਤਰ ਰਿਸ਼ਤੇ ਹੁੰਦੇ ਆ, ਇਹ ਸੱਚਮੁੱਚ ਸੌਦੇ ਨਹੀਂ ਹੁੰਦੇ। ਕੁਝ ਇੱਕ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੁੰਦੀਆਂ ਨੇ। ਇਸ ਤੋਂ ਇਲਾਵਾ ਦਸਾਂਝ ਸਾਹਿਬ, ਜਿੱਥੋਂ ਤੱਕ ਕਾਬਲੀਅਤ ਦੀ ਗੱਲ ਕਹਿੰਦੇ ਹੋ, ਕਾਬਲੀਅਤ ਤੇ ਕਹਿੰਦੇ ਆ ਪੰਜਾਬ ਦੇ ਮੁੰਡਿਆਂ 'ਚ ਹੁਣ ਨਿਆਣੇ ਜੰਮਣ ਦੀ ਵੀ ਨਹੀਂ ਰਹੀ। ਜ਼ਿਆਦਾ ਨਿਆਣੇ ਭਈਆਂ ਦੇ ਸਾਡੇ ਪਰਿਵਾਰਾਂ 'ਚ ਜੰਮ ਰਹੇ ਆ। ਇੱਦਾਂ ਦੀਆਂ ਖਬਰਾਂ ਵੀ ਕਦੀ ਕਦੀ ਆਉਂਦੀਆਂ ਜਿਹੜੀਆਂ ਸ਼ਰਮਸਾਰ ਕਰਦੀਆਂ। ਇਹ ਦੇਖੋ ਪਤਾ ਕੀ ਹੈ ਜੀ, ਜਿਹੜੀ ਕਾਬਲੀਅਤ ਜਿਹੜਾ ਨਿਆਣੇ ਜੰਮਣ ਵਾਲੇ ਮਾਮਲੇ ਦੇ ਵਿੱਚ ਤਾਂ ਇਹ ਹੈ ਕਿ ਇਹ ਗੱਲ ਕਾਫੀ ਹੱਦ ਤੱਕ ਜਿਹੜੀ ਆ ਉਹ ਮਤਲਬ ਇਸ ਢੰਗ ਦੇ ਨਾਲ ਪ੍ਰਚਾਰੀ ਗਈ ਹੈ ਵੀ ਨਪੁੰਸਕਤਾ ਜਿਹੜੀ ਆ ਪੰਜਾਬੀ ਮੁੰਡਿਆਂ 'ਚ ਵੱਧ ਰਹੀ ਹੈ। ਉਹ ਡਰੱਗ ਦਾ ਹਵਾਲਾ ਦਿੱਤਾ ਜਾਂਦਾ ਜਾਂ ਹੋਰ, ਤੇ ਜਿਹਦੇ ਕਰਕੇ ਦਿੱਕਤ ਆ ਰਹੀ ਹੈ। ਪਰ ਉਹ ਐਡੇ ਵੱਡੇ ਪੱਧਰ ਤੇ ਕੋਈ ਫੈਲ ਗਈ ਆ ਪੰਜਾਬ ਦੇ ਵਿੱਚ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਆ। ਕਈ ਵਾਰੀ ਰਿਐਲਿਟੀਜ਼ ਜਿਹੜੀਆਂ ਹੋਰ ਹੁੰਦੀਆਂ, ਤੇ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਵਿੱਚ ਜਿਹੜਾ ਇੱਕ ਅੱਧੀ ਕੋਈ ਗੱਲ ਕੋਈ ਕਹਿ ਦਿੰਦਾ ਤਾਂ ਇੰਨੀ ਬੁਰੀ ਤਰ੍ਹਾਂ ਪ੍ਰਚਾਰੀ ਜਾਂਦੀ ਹੈ, ਲੱਗਦਾ ਵੀ ਡਰਾਉਣਾ ਜਾਂ ਦ੍ਰਿਸ਼ ਪੈਦਾ ਹੋ ਜਾਂਦਾ। ਤੇ ਉਹ ਏਦਾਂ ਹੀ ਪੇਸ਼ ਹੋਇਆ ਵੀ ਲਓ ਵੀ ਪੰਜਾਬ ਤਾਂ ਨਪੁੰਸਕਤਾ ਵੱਲ ਵੱਧ ਰਿਹਾ ਜੀ। ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹਦੀ ਜਰਖੇਸਤਾ ਜਿਹੜੀ ਹੈ ਉਹਦਾ ਖਤਮ ਹੋ ਰਹੀ ਹੈ, ਤੇ ਬਾਂਝਪਣ ਜਿਹੜਾ ਆ ਉਹ ਜਿਹੜਾ ਵੱਧ ਰਿਹਾ। ਪਰ ਇਹ ਕੋਈ ਬਹੁਤ ਵੱਡੇ ਪੱਧਰ ਤੇ ਕੋਈ ਹੋ ਸਕਦਾ 1-1.5% ਦੀ ਪ੍ਰੋਬਲਮ ਇਹ ਹੋਵੇ। ਜਿੱਦਾਂ ਡਰੱਗ ਦੇ ਇਸ਼ੂ ਦੇ ਵਿੱਚ ਪੰਜਾਬ ਨੂੰ ਇੱਕ ਕਿਸਮ ਦੀ ਬਦਨਾਮੀ ਮਿਲੀ ਹੈ। ਤੁਹਾਨੂੰ ਯਾਦ ਹੋਏਗਾ ਜਦੋਂ ਮੈਂ ਤੁਹਾਡੇ ਕੋਲ ਸੀਗਾ ਪਿਛਲੇ ਮੇਰੇ ਖਿਆਲ 2017 'ਚ, ਤੇ ਮੈਂ ਇੱਕ ਰੇਡੀਓ ਤੇ ਆਪਾਂ ਉਦੋਂ ਗੱਲ ਕਰ ਰਹੇ ਸੀ, ਤੇ ਮੈਂ ਦੱਸੀ ਸੀ ਗੱਲ ਵੀ ਬਰੰਪਟਨ ਦੇ ਏਰੀਏ 'ਚ ਮੈਂ ਉਹ ਵਿਆਹ ਤੋਂ ਪਹਿਲਾਂ ਜਿਹੜਾ ਕੋਈ ਜਾਗੋ ਹੁੰਦੀ ਆ ਇੱਕ ਪਰਿਵਾਰਕ, ਉਹਦੇ 'ਚ ਗਿਆ ਸੀ। ਤੇ ਨਾਲ ਮੇਰੇ ਮਾਸੀ ਦਾ ਮੁੰਡਾ ਸੀ, ਤੇ ਉਹਨੇ ਮੈਨੂੰ ਦਿਖਾਇਆ ਵੀ ਕਿਵੇਂ ਟੋਲਿਆਂ ਦੇ ਟੋਲੇ ਜਿਹੜੇ ਆ ਉੱਥੇ ਘੁੰਮ ਰਹੇ ਸੀ ਮੁਹੱਲਿਆਂ ਦੇ ਵਿੱਚ, ਪਿਛਲੇ ਪਾਸੇ ਜਾ ਕੇ ਉਹ ਨੋਟ ਦੇ ਨਾਲ ਜਿਹੜਾ ਉਹ ਚਿੱਟਾ ਲੈ ਰਹੇ ਸੀ, ਯਾਨੀ 10-15 ਜਾਣੇ ਇਕੱਠੇ ਨੌਜਵਾਨ। ਤੇ ਮੈਂ ਹੈਰਾਨ ਰਹਿ ਗਿਆ ਸੀ। ਤੇ ਮੈਂ ਉਸ ਦਿਨ ਵੀ ਦੱਸਿਆ ਸੀ ਤੁਹਾਨੂੰ ਵੀ ਮੈਂ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਏਦਾਂ ਟੋਲੇ ਨਹੀਂ ਦੇਖੇ ਵੀ 10-15 ਮੁੰਡੇ ਇਕੱਠੇ ਹੀ ਏਦਾਂ ਚਿੱਟਾ ਲਾ ਰਹੇ ਹੋਣ। ਬਦਨਾਮ ਬਹੁਤਾ ਪੰਜਾਬ ਕਰ ਦਿੱਤਾ ਗਿਆ ਵੀ ਪੰਜਾਬ ਤਾਂ ਡਰੱਗ ਤੋਂ ਬਿਨਾਂ ਕੁਛ ਹੈ ਹੀ ਨਹੀਂ, ਜਦਕਿ ਰਿਐਲਿਟੀ ਇਹ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਡਰੱਗ ਇੱਕ ਸਮੱਸਿਆ ਪੰਜਾਬ ਵਾਸਤੇ ਹੈ, ਪਰ ਉਹਨੂੰ ਪੇਸ਼ ਏਦਾਂ ਕਰ ਦਿੱਤਾ ਜਾਣਾ ਵੀ ਪੰਜਾਬ ਤਾਂ ਖਤਮ ਹੀ ਹੋ ਗਿਆ ਜੀ। ਏਦਾਂ ਹੀ ਨਪੁੰਸਕਤਾ ਦੇ ਮਾਮਲੇ ਦੇ ਵਿੱਚ ਵੀ ਇਹ ਜਿਹੜੇ ਕੁਝ ਇੱਕ ਜਿਹੜੇ ਭਰਮ ਜਿਹੇ ਪੈਦਾ ਕਰ ਦਿੱਤੇ ਗਏ। ਹਾਂ, ਇਹ ਸਮੱਸਿਆ ਜ਼ਰੂਰ ਹੈ ਵੀ ਪਿੰਡਾਂ ਦੇ ਵਿੱਚ ਪ੍ਰੋਬਲਮ ਇਹ ਆ ਰਹੀ ਹੈ ਕਿ ਜਿਹੜੇ ਖਾਸ ਤੌਰ ਤੇ ਕਿਸਾਨੀ ਪਰਿਵਾਰ ਦੇ ਜਿਹੜੇ ਬੱਚੇ ਹੈ ਉਹ ਬਾਹਰ ਜਾ ਰਹੇ ਆ। ਕਈ ਵਾਰੀ ਕੁਝ ਏਦਾਂ ਦੇ ਕੇਸ ਵੀ ਹੈਗੇ ਆ ਵੀ ਪਤਨੀਆਂ ਪਿੱਛੇ ਰਹਿ ਗਈਆਂ, ਮੁੰਡੇ ਬਾਹਰ ਚਲ ਗਏ ਆ, ਬਜ਼ੁਰਗ ਹੈਗੇ ਆ, ਖੇਤੀ ਲਈ ਤੁਸੀਂ ਅੰਤਰਰਾਜੀ ਮਜ਼ਦੂਰ ਰੱਖੇ ਹੋਏ ਆ, ਤੇ ਉਹਨਾਂ ਦੀ ਆਮਦ ਜਿਹੜੀ ਹੈ ਉਹ ਸਾਡੀ ਲੋੜ ਵੀ ਹੈ। ਹਾਂਜੀ, ਜੇ ਅੱਜ ਅੰਤਰਰਾਜੀ ਮਜ਼ਦੂਰ ਜਿਹੜਾ ਪੰਜਾਬ ਦੇ ਵਿੱਚੋਂ ਜਿੱਦਾਂ ਜੇ ਚਲਾ ਜਾਵੇ, ਜਿੱਦਾਂ ਉਹਦੇ 'ਚ ਗਿਆ
ਆਪਣੇ ਕਰੋਨਾ ਦੇ ਟਾਈਮ 'ਤੇ ਗਿਆ, ਜੋ ਹਾਲਤ ਸਾਡੀ ਹੋਈ ਸੀ, ਨਾ ਪੰਜਾਬ ਦੇ ਸ਼ਹਿਰਾਂ 'ਚ ਜਿਹੜੇ ਪੰਜਾਬੀ ਆ ਉਹਨਾਂ ਦੇ ਘਰ ਚੱਲਣ, ਨਾ ਇੰਡਸਟਰੀ ਚੱਲੇ, ਨਾ ਐਗਰੀਕਲਚਰ ਫੀਲਡ ਜਿਹੜਾ ਸਾਡਾ ਸਾਂਭਿਆ ਜਾਏ। ਬਾਕੀ ਰਿਸ਼ਤੇ ਜਿਹੜੇ ਹੁੰਦੇ ਆ ਨਾ ਜੀ, ਇਹਦੇ 'ਚ ਇਸ ਤਰ੍ਹਾਂ ਦਾ ਜਿਹੜਾ ਲਗਾਤਾਰ ਵਹਾਅ ਜਿਹੜਾ ਚੱਲਦਾ ਰਹਿੰਦਾ, ਬਦਲਦੇ ਰਹਿੰਦੇ ਆ ਰਿਸ਼ਤੇ। ਇਹ ਸਮਾਜਿਕ ਸਮੱਸਿਆ ਹੋ ਸਕਦੀ ਹੈ, ਪਰ ਇਹਨੂੰ ਜਦੋਂ ਪੋਲੀਟੀਕਲੀ ਜਦੋਂ ਤੁਸੀਂ ਇਹਨੂੰ ਡੀਲ ਕਰੋਗੇ ਸਾਰੀ ਸਮੱਸਿਆ ਨੂੰ, ਤੇ ਉਹਦੇ 'ਚ ਵੀ ਇੱਕ ਨਫ਼ਰਤ ਪੈਦਾ ਕਰੋਗੇ ਤੇ ਇਹ ਕਰੋਗੇ ਵੀ ਹਾਂ ਵੀ ਦੇਖੋ ਜੀ ਕਿੱਦਾਂ ਬਰਬਾਦ ਹੋ ਰਿਹਾ ਜੀ ਪੰਜਾਬ, ਕਲਚਰ ਦੇ ਲੈਵਲ ਦੇ ਉੱਤੇ ਪਰਿਵਾਰ ਸਾਡੇ ਤਬਾਹ ਹੋ ਰਿਹਾ, ਇਹਦੇ ਲਈ ਜ਼ਿੰਮੇਵਾਰ ਤਾਂ ਜੀ ਇਹ ਜਿਹੜੇ ਇੰਟਰਸਟੇਟ ਲੇਬਰ ਆ ਰਹੀ ਹੈ ਉਹ ਇਹਦੇ ਲਈ ਜ਼ਿੰਮੇਵਾਰ ਹੈ। ਫਿਰ ਜਦੋਂ ਹੇਟ ਕ੍ਰੀਏਟ ਕਰੋਗੇ ਭਈਆ ਕਹਿ ਕੇ ਉਹਨਾਂ ਨੂੰ, ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਜ਼ਿਆਦਾ ਪ੍ਰੋਬਲਮ ਵੱਡੀ ਹੋਏਗੀ। ਇਹ ਪ੍ਰੋਸੈਸ ਨੂੰ ਸਮਝਣਾ ਪਏਗਾ ਸਾਨੂੰ, ਮਤਲਬ ਇਹ ਤੁਸੀਂ ਜੋੜ ਕੇ ਦੇਖ ਸਕਦੇ ਆ ਗਲੋਬਲ ਲੈਵਲ ਦੇ ਉੱਤੇ ਵੀ ਜਿਹੜਾ ਪ੍ਰਵਾਸ ਹੋ ਰਿਹਾ, ਇਹ ਸਾਰੀਆਂ ਸਮੱਸਿਆਵਾਂ ਗਲੋਬਲ ਲੈਵਲ ਤੇ ਵੀ ਹੈ ਤੇ ਸਥਾਨਕ ਪੱਧਰ ਤੇ ਵੀ। ਪਰ ਤੁਸੀਂ ਬਰੈਂਪਟਨ ਦਾ ਜ਼ਿਕਰ ਕੀਤਾ, ਬਰੈਂਪਟਨ ਪੰਜਾਬ ਦੇ ਕਿਸੇ ਸ਼ਹਿਰ ਤੋਂ ਵੱਖਰਾ ਸ਼ਹਿਰ ਨਹੀਂ ਆ, ਕਿਉਂਕਿ ਇੱਥੇ ਅਸੀਂ ਰਹਿੰਦੇ ਆ ਤੇ ਅਸੀਂ ਉਹ ਸਾਰਾ ਕੁਝ ਆਪਣੇ ਨਾਲ ਲੈ ਕੇ ਆਏ ਆ ਜੋ ਸਾਡੇ ਸਮਾਜ ਦਾ ਹਿੱਸਾ ਹੈ ਨਾ। ਇਹ ਵੀ ਭਾਵੇਂ ਇਸ ਨੂੰ ਨਫ਼ਰਤ ਨਾਲ ਹੀ ਪ੍ਰਚਾਰਿਆ ਜਾਂਦਾ ਹੋਵੇ, ਜਦੋਂ ਅਸੀਂ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਦੇ ਹਾਂ, ਕਿਉਂਕਿ ਕੁਝ ਲੋਕਾਂ ਦੇ ਇੰਟਰਸਟ ਇਹ ਵੀ ਹੈ ਕਿ ਉਹ ਇਸ ਤਰ੍ਹਾਂ ਦਾ ਨਫ਼ਰਤ ਦਾ ਪਾੜਾ ਪਾ ਕੇ ਰੱਖਣਾ ਚਾਹੁੰਦੇ ਆ ਜਿੱਦਾਂ ਮੋਦੀ ਸਰਕਾਰ ਚਾਹੁੰਦੀ ਹੈ, ਇੱਕ ਵਰਗਾਂ 'ਚ ਵੰਡ ਪਾ ਕੇ ਰੱਖਣੀ। ਇੱਦਾਂ ਦੀ ਸੋਚ ਕੁਝ ਲੋਕਾਂ 'ਚ ਇੱਥੇ ਵੀ ਹੈ, ਜਿਹੜੇ ਫਿਊਡਲ ਤਰ੍ਹਾਂ ਦੀ ਸੁਸਾਇਟੀ ਦੇ ਵਿੱਚ ਅਸੀਂ ਵਿਚਰਦੇ ਰਹੇ ਹਾਂ। ਉਹਨਾਂ ਦੇ ਮਨਾਂ 'ਚ ਭੇਦਭਾਵ ਵਾਲਾ ਕੰਮ ਅਜੇ ਕਾਫੀ ਜ਼ਿਆਦਾ ਹੈ। ਉਹਦਾ ਕਾਰਨ ਵੀ ਜਿਹੜਾ ਇਹ ਹੋ ਸਕਦਾ ਹੈ, ਪਰ ਨਾਲ ਦੀ ਨਾਲ ਕੁਝ ਇੱਕ ਚੀਜ਼ਾਂ ਹੁੰਦੀਆਂ ਜ਼ਰੂਰ ਨੇ ਸਾਡੇ ਸਮਾਜ ਦੇ ਵਿੱਚ ਆਲੇ ਦੁਆਲੇ, ਜਿਨ੍ਹਾਂ ਨੂੰ ਅਸੀਂ ਅੱਖਾਂ ਵੀ ਨਹੀਂ ਮੀਟ ਸਕਦੇ, ਕਿਤੇ ਨਾ ਕਿਤੇ ਉਹ ਵਰਤਾਰੇ ਵਾਪਰ ਰਹੇ ਹੁੰਦੇ ਆ। ਸੋ ਇਸ ਕਰਕੇ ਚਲੋ ਕੋਈ ਗੱਲ ਨਹੀਂ, ਆਪਣੀ ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਇਹ ਹੈ ਜੀ, ਐਸ ਜੈ ਸ਼ੰਕਰ ਹੀਰੀ ਸਾਡੇ ਬੜੇ ਕਾਬਲ ਵਿਦੇਸ਼ ਮੰਤਰੀ ਨੇ, ਤੇ ਬੜੀ ਤਲਖੀ ਭਰਿਆ ਮਾਹੌਲ ਸਾਡਾ ਚੱਲ ਰਿਹਾ ਚਾਈਨਾ ਨਾਲ। ਉਹਨਾਂ ਦਾ ਇੱਕ ਬਿਆਨ ਆਇਆ ਕਿ ਜਿੰਨਾ ਚਿਰ ਚੀਨ ਤੇ ਭਾਰਤ ਵਿਕਾਸ ਨਹੀਂ ਕਰਦੇ, ਏਸ਼ੀਆ ਦੇ ਵਿੱਚ ਨਵੀਂ ਸਦੀ ਦਾ ਆਗਾਜ਼ ਨਹੀਂ ਹੋ ਸਕਦਾ। ਤੇ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦਿਆਂ ਹੋਇਆਂ ਚੀਨ ਨੇ ਵੀ ਕਿਹਾ ਆ ਕਿ ਭਾਰਤ ਤੇ ਚੀਨ ਜੇ ਵਿਕਸਿਤ ਨਹੀਂ ਹੋਣਗੇ ਤਾਂ ਵਾਕਿਆ ਹੀ ਨਵੀਂ ਸਦੀ ਜਿਹੜੀ ਆ ਉਹ ਨਹੀਂ ਆ ਸਕਦੀ। ਚੀਨ ਨੇ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਅਸੀਂ ਇੱਕ ਦੂਜੇ ਦੇ ਲਈ ਖਤਰਾ ਨਹੀਂ ਆ, ਸਗੋਂ ਇੱਕ ਦੂਜੇ ਦੇ ਭਾਗੀਦਾਰ ਤੇ ਸਹਿਯੋਗੀ ਆ, ਤਾਂ ਹੀ ਅਸੀਂ ਜਿਹੜੇ ਆ ਏਸ਼ੀਆ ਨੂੰ ਸੁਪਰ ਪਾਵਰ ਬਣਾ ਸਕਦੇ ਹਾਂ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਵੀ ਕਦੀ ਕਦੀ ਕੋਈ ਪੋਜ਼ਿਟਿਵ ਖਬਰ ਆਉਂਦੀ ਆ ਤੇ ਉਹ ਫਿਰ ਸਾਂਝੀ ਕਰਨੀ ਚਾਹੀਦੀ ਆ। ਮੈਨੂੰ ਨਹੀਂ ਪਤਾ ਕਿ ਇਹਦੇ ਪਿੱਛੇ ਕੀ ਗਹਿਰਾਈ ਹੈ। 3 ਮੁਲਕ ਨੇ ਏਸ਼ੀਆ ਦੇ, ਜੇ ਇਹ 3 ਮੁਲਕ ਜਿਹੜੇ ਆ ਆਪਣੀਆਂ ਜਿਹੜੀਆਂ ਛੋਟ ਮੋਟੀਆਂ ਜਿਹੜੀਆਂ ਈਗੋਜ਼ ਛੱਡ ਕੇ ਤੇ ਮਤਭੇਦ ਛੱਡ ਕੇ, ਸਾਡਾ ਜ਼ਿਆਦਾ ਟਕਰਾਅ ਜਿਹੜਾ ਚੀਨ ਨਾਲ ਰਹਿੰਦਾ ਕਿਉਂਕਿ ਸਾਡੇ ਬਾਰਡਰ ਨਾਲ ਲੱਗਦਾ ਹੈ, ਜੇ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਚੀਨ ਭਾਰਤ ਦੇ ਨਾਲ, ਜੇ ਅਸੀਂ ਜਾਪਾਨ ਦਾ ਜ਼ਿਕਰ ਕਰਕੇ ਆਏ ਹਾਂ, ਜੇ ਇਹ 3 ਮੁਲਕ ਜਿਹੜੇ ਆ ਕੁਝ ਨਾ ਕੁਝ ਇੱਕ ਮਿਨੀਮਮ ਕੋਈ ਨਾ ਕੋਈ ਜਿਹੜੀ ਆ ਸਮਝਦਾਰੀ ਬਣਾ ਕੇ ਇਕੱਠੇ ਚੱਲਦੇ ਆ, ਤਾਂ ਮੈਨੂੰ ਲੱਗਦਾ ਕਿ ਦੁਨੀਆ ਦਾ ਸੱਤਾ ਦਾ ਕੇਂਦਰ ਜਿਹੜਾ ਆ ਉਹ ਇੱਕਦਮ ਬਦਲ ਜਾਏਗਾ। ਟੈਕਨੀਕ ਦੇ ਮਾਮਲੇ ਦੇ ਵਿੱਚ ਆਪਣਾ ਚਾਈਨਾ, ਤੇ ਫਿਰ ਚੀਨ ਇਕੋਨਮੀ ਦੇ ਮਾਮਲੇ ਵਿੱਚ ਵੀ, ਤੇ ਫਿਰ ਜਿਹੜਾ ਆਬਾਦੀ ਦਾ ਤਵਾਜ਼ਨ ਜਿਹੜਾ ਹੈ, ਮਤਲਬ ਭਾਰਤ ਤੇ ਚੀਨ ਨੂੰ ਵੀ ਜੇ ਮਿਲਾ ਲਿਆ ਜਾਏ ਤਾਂ 7 ਅਰਬ ਦੀ ਜੇ ਦੁਨੀਆ ਹੈ, ਤਾਂ ਨੀਅਰ ਅਬਾਊਟ ਵਿੱਚ ਜਾਪਾਨ ਲੜਾ ਲਿਆ ਜਾਏ ਤਾਂ, ਜਾਂ ਏਸ਼ੀਆ ਦਾ ਸਾਰਾ ਕਿੱਤਾ ਲੜਾ ਲਿਆ ਜਾਏ ਤਾਂ ਅੱਧੀ ਦੁਨੀਆ ਦੀ ਆਬਾਦੀ ਲਗਭਗ ਇੱਥੇ ਆ ਜਾਂਦੀ ਹੈ, 3 ਅਰਬ 3.5 ਅਰਬ ਤੋਂ ਜ਼ਿਆਦਾ। ਤੇ ਫਿਰ ਉਹ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ। ਕਿਰਤ ਸ਼ਕਤੀ ਵੀ ਤੁਹਾਡੇ ਕੋਲ, ਤੇ ਕਿਰਤ ਸ਼ਕਤੀ ਜਿਹੜੀ ਹੈ, ਪਾਪੂਲੇਸ਼ਨ ਇੱਕ ਜਿੱਥੇ ਪ੍ਰੋਬਲਮ ਹੁੰਦੀ ਹੈ, ਪਾਪੂਲੇਸ਼ਨ ਇੱਕ ਪਾਵਰ ਵੀ ਹੁੰਦੀ ਹੈ। ਜੇ ਉਹ ਪਾਪੂਲੇਸ਼ਨ ਨੂੰ ਸਹੀ ਤਰੀਕੇ ਦੇ ਨਾਲ ਉਹਦੇ ਹੱਥਾਂ 'ਚ ਰੁਜ਼ਗਾਰ ਦਿੱਤਾ ਜਾਏ, ਉਹਨੂੰ ਸਿੱਖਿਆ ਦਿੱਤੀ ਜਾਏ, ਤੇ ਲਾਜ਼ਮੀ ਹੈ ਕਿ ਉਹ ਇੱਕ ਵੱਡੀ ਪਾਵਰ ਬਣ ਜਾਂਦੀ ਹੈ। ਤੇ ਇਹ ਜਿਹੜੀ 3 ਮੁਲਕ ਹੈ, ਜੇ ਇਹ ਸੱਚਮੁੱਚ ਏਦਾਂ ਸੋਚ ਕੇ ਚੱਲਣ ਤੇ ਅਮਰੀਕਾ ਜਾਂ ਕਿਸੇ ਵੀ ਹੋਰ ਜਿਹੜੀ ਵੱਡੀ ਤਾਕਤ ਹੈ, ਰੂਸ ਹੈ, ਅਮਰੀਕਾ ਹੈ, ਉਹ ਕਿਤੇ ਖੜਦੇ ਨਹੀਂ ਹੈ। ਇਹਨਾਂ 3 ਮੁਲਕਾਂ ਦੇ ਮੁਕਾਬਲੇ ਦੇ ਵਿੱਚ ਬਹੁਤ ਵੱਡੀ ਇੱਕ ਤਾਕਤ ਬਣ ਜਾਂਦੇ ਆ ਇਹ। ਪਰ ਅੱਜ ਦਾ ਜਿਹੜਾ ਬਿਆਨ ਹੈ ਪੋਜ਼ਿਟਿਵ ਹੈ, ਅਸੀਂ ਸਮਝਦੇ ਹਾਂ ਦੋਵਾਂ ਮੁਲਕਾਂ ਵੱਲੋਂ ਇੱਕ ਕਾਫੀ ਪੋਜ਼ਿਟਿਵ ਕਿਸਮ ਦੀ ਜਿਹੜੀ ਸੋਚ ਦਾ ਪ੍ਰਦਰਸ਼ਨ ਕੀਤਾ ਗਿਆ। ਜੇ ਸੱਚਮੁੱਚ ਇਨ ਪ੍ਰੈਕਟਿਸ ਜਾਂ ਅਮਲੀ ਰੂਪ ਦੇ ਵਿੱਚ ਇਹ ਚੀਜ਼ਾਂ ਹੋ ਜਾਣ ਤਾਂ ਸ਼ਾਇਦ ਦੋਵਾਂ ਮੁਲਕਾਂ ਲਈ ਨਹੀਂ,
ਸਾਰੀ ਦੁਨੀਆ ਲਈ ਬਹੁਤ ਚੰਗਾ ਹੋਏਗਾ। ਦਸਾਂਝ ਸਾਹਿਬ, ਦੂਜੇ ਪਾਸੇ ਦੁਨੀਆ ਇਹ ਵੇਖ ਰਹੀ ਸੀ ਕਿ ਜਦੋਂ ਯੂਕਰੇਨ ਦਾ ਯੁੱਧ ਲੱਗਿਆ ਤੇ ਭਾਰਤ ਦਾ ਸਟੈਂਡ ਜਿਹੜਾ ਆ ਉਹ ਬਿਲਕੁਲ ਨਿਰਪੱਖ ਵਰਗਾ ਰਿਹਾ, ਕਿਸੇ ਤਰ੍ਹਾਂ ਵੀ ਭਾਰਤ ਨੇ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਤੇ ਖਾਸ ਕਰਕੇ ਪਾਕਿਸਤਾਨ, ਚਾਈਨਾ ਵਰਗੇ ਜਿਹੜੇ ਭਾਰਤ ਵਿਰੋਧੀ ਮੁਲਕ ਨੇ ਉਹ ਸਮਝਦੇ ਸੀ ਕਿ ਹੁਣ ਅਮਰੀਕਾ ਦੇ ਨਾਲ ਭਾਰਤ ਦੇ ਮਾੜੇ ਦੌਰ ਦਾ ਆਰੰਭ ਜਿਹੜਾ ਹੋ ਜਾਏਗਾ, ਤੇ ਪਰ ਹੋਇਆ ਤੋਂ ਉਲਟ। ਹੁਣ 15 ਅਗਸਤ ਵਾਲੇ ਦਿਨ ਜਿਹੜਾ ਅਮਰੀਕਾ ਦਾ ਪੈਂਟਾਗਨ ਜਿਹਨੂੰ ਕਹਿੰਦੇ ਆ, ਉੱਥੋਂ ਦੀ ਰੱਖਿਆ ਦਾ ਸਾਰਾ ਪ੍ਰਬੰਧ ਜਿਹੜਾ ਸੰਭਾਲਦਾ ਆ, ਬੜਾ ਇੰਪੋਰਟੈਂਟ ਆ ਅਮਰੀਕਾ ਵਾਸਤੇ। ਉਹਨਾਂ ਵੱਲੋਂ ਇੱਕ ਖਬਰ ਆਈ ਆ ਕਿ ਹੁਣ 15 ਅਗਸਤ ਤੋਂ ਬਾਅਦ ਭਾਰਤ ਦੇ ਕਿਸੇ ਵੀ ਅਧਿਕਾਰੀ ਨੂੰ, ਖਾਸ ਕਰਕੇ ਰੱਖਿਆ ਮਾਮਲਿਆਂ ਨਾਲ ਸੰਬੰਧਿਤ ਅਧਿਕਾਰੀ ਨੂੰ, ਪੈਂਟਾਗਨ 'ਚ ਆਉਣ ਲਈ ਕਿਸੇ ਵੀ ਪ੍ਰੋਟੋਕੋਲ ਦਾ ਸਾਹਮਣਾ ਨਹੀਂ ਕਰਨਾ ਪਊਗਾ। ਲੰਮੀਆਂ ਚੌੜੀਆਂ ਉਹਨੂੰ ਇਨਕੁਆਇਰੀਆਂ 'ਚੋਂ ਨਹੀਂ ਗੁਜ਼ਰਨਾ ਪਊਗਾ, ਉਹ ਸਿੱਧੇ ਐਂਟਰੀ ਕਰ ਸਕਣਗੇ। ਉਹ ਆਉਣ, ਸਾਨੂੰ ਵੇਖਣ, ਸਾਡੇ ਤੋਂ ਜੋ ਸਮਝਣਾ ਉਹ ਸਮਝ ਸਕਦੇ। ਯਾਨੀ ਕਿ ਇੱਕ ਪਾਸੇ ਰੱਖਿਆ ਦੇ ਇਸ ਤਰ੍ਹਾਂ ਦੀ ਨੇੜਤਾ ਵੱਧ ਰਹੀ ਆ ਜਿਹਨੂੰ ਚਾਈਨਾ ਵੀ ਕਿਸੇ ਹੋਰ ਨਜ਼ਰ ਨਾਲ ਵੇਖ ਰਿਹਾ। ਦੂਜੇ ਪਾਸੇ ਭਾਰਤ ਵਾਲੇ ਕੁਝ ਲੋਕ ਵੀ ਇਹ ਖਦਸ਼ਾ ਜ਼ਾਹਰ ਕਰਦੇ ਆ ਕਿ ਅਮਰੀਕਾ ਨਾਲ ਵਧੀਆਂ ਨਜ਼ਦੀਕੀਆਂ ਸਾਡੀਆਂ ਸਾਨੂੰ ਕਿਤੇ ਇਕੱਲਿਆਂ ਪਾ ਸਕਦੀਆਂ, ਖਾਸ ਕਰਕੇ ਜਦੋਂ ਚਾਈਨਾ ਨਾਲ ਸਾਡੇ ਸੰਬੰਧ ਸੁਖਾਵੇਂ ਨਾ ਹੋਏ ਤੇ ਅਮਰੀਕਾ ਸਾਡੀ ਮਦਦ ਲਈ ਬੋੜ ਨਹੀਂ ਸਕਦਾ। ਬਹੁਤ ਵਾਰ ਅਸੀਂ ਪਹਿਲਾਂ ਅਜ਼ਮਾ ਚੁੱਕੇ ਹਾਂ। ਸੋ ਇਸ ਤਰ੍ਹਾਂ ਦੀਆਂ ਖਬਰਾਂ ਜਦੋਂ ਆਉਂਦੀਆਂ ਨੇ, ਕਿਤੇ ਨਾ ਕਿਤੇ ਭਾਰਤੀ ਖੁਸ਼ ਤੇ ਹੁੰਦੇ ਹੋਣਗੇ ਕਿ ਸਾਨੂੰ ਵਿਸ਼ੇਸ਼ ਤੌਰ ਤੇ ਜੇ ਪੈਂਟਾਗਨ 'ਚ ਕੋਈ ਸਾਡਾ ਰੱਖਿਆ ਅਧਿਕਾਰੀ ਜਾਂਦਾ ਹੈ ਤੇ ਉਹਨੂੰ ਕੋਈ ਰੁਕਾਵਟ ਨਹੀਂ ਆਉਂਦੀ ਤੇ ਸਾਡੇ ਮੁਲਕ ਵਾਸਤੇ ਬਹੁਤ ਚੰਗੀ ਗੱਲ ਹੈ। ਇਹਦਾ ਕੁਝ ਨਾ ਪੱਖੀ ਜਿਹੜੇ ਅਸਰ ਉਹ ਵੀ ਹੋ ਸਕਦੇ ਆ, ਲਾਜ਼ਮੀ ਹੋ ਸਕਦੇ ਆ। ਕਈ ਵਾਰੀ ਜਿਹੜਾ ਵੱਡਾ ਬੰਦਾ ਤੇ ਛੋਟੇ ਬੰਦੇ ਦੇ ਨਾਲ ਜ਼ਿਆਦਾ ਨੇੜਤਾ ਦਿਖਾਵੇ ਤਾਂ ਉਹਦੇ ਇਰਾਦੇ ਕੁਝ ਹੋਰ ਹੁੰਦੇ ਆ। ਇਸ ਗੱਲ ਨੂੰ ਭਾਂਪ ਲੈਣਾ ਚਾਹੀਦਾ ਤੇ ਇਸ ਗੱਲ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਇਤਿਹਾਸ ਇਹ ਦੱਸਦਾ ਹੈ ਵੀ ਅਮਰੀਕਾ ਨੇ ਜਿਸ ਵੀ ਮੁਲਕ ਦੇ ਨਾਲ ਨੇੜਤਾ ਕੀਤੀ ਹੈ ਜਾਂ ਨੇੜਤਾ ਰਿਸ਼ਤਾ ਕਾਇਮ ਕੀਤਾ, ਉਹ ਮੁਲਕ ਬਰਬਾਦ ਹੋ ਗਿਆ। ਇਹਦੇ 'ਚ ਕੋਈ ਦੋਰਾਮਾ ਨਹੀਂ ਹੈ। ਤੁਸੀਂ ਉਹ ਪੂਰੀ ਲੜੀ ਜਿਹੜੀ ਹੈ ਦੇਖ ਸਕਦੇ ਹੋ ਜਿਹਦੇ ਨਾਲ ਅਮਰੀਕਾ ਨੇ ਦੋਸਤੀ ਕੀਤੀ ਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਦੋਸਤੀ ਨਹੀਂ ਸੀ, ਉਹ ਤਾਂ ਦੁਸ਼ਮਣੀ ਸੀ। ਬਹੁਤ ਸਾਰੇ ਮੁਲਕ ਬਰਬਾਦ ਹੋ ਗਏ। ਭਾਰਤ ਵਰਗੇ ਮੁਲਕ ਨੂੰ ਇਸ ਗੱਲ ਤੋਂ ਇੰਨੇ ਕਿ ਖੁਸ਼ ਹੋ ਜਾਣਾ ਚਾਹੀਦਾ, ਮੈਂ ਨਹੀਂ ਸਮਝਦਾ ਵੀ ਉਹਨੂੰ ਇਹ ਖੁਸ਼ ਹੋ ਜਾਣਾ ਚਾਹੀਦਾ ਵੀ ਤੁਹਾਡੇ ਵਾਸਤੇ ਐਂਟਰੀ ਜਿਹੜੀ ਹੈ ਕਿਸੇ ਰੱਖਿਆ ਦੇ ਅਧਿਕਾਰੀ ਵਾਸਤੇ ਪੈਂਟਾਗਨ ਦੇ ਵਿੱਚ ਅੱਗੇ ਨਾਲੋਂ ਸੁਖਾਲੀ ਕਰ ਦਿੱਤੀ ਗਈ ਹੈ। ਸਵਾਲ ਤਾਂ ਇਹ ਹੈ ਕਿ ਤੁਹਾਡੇ ਜਿਹੜੇ ਰਿਸ਼ਤੇ ਆ ਉਹਦੇ ਵਿੱਚ ਕਿਹਦੀ ਨੀਅਤ ਕੀ ਹੈ। ਕੀ ਪਾਕਿਸਤਾਨ, ਅਫਗਾਨਿਸਤਾਨ ਤੋਂ ਬਾਅਦ ਚਾਈਨਾ ਦੇ ਨਾਲ ਜਿਸ ਤਰ੍ਹਾਂ ਦਾ ਅਮਰੀਕਾ ਦਾ ਹੁਣ ਰਿਸ਼ਤਾ ਆ ਤੇ ਉਹਦੇ 'ਚ ਕੀ ਭਾਰਤ ਦੀ ਧਰਤੀ ਨੂੰ ਤਾਂ ਨਹੀਂ ਵਰਤਣ ਦੀ ਤਿਆਰੀ ਆਉਣ ਵਾਲੇ ਸਮੇਂ ਦੇ ਵਿੱਚ? ਬਹੁਤ ਇੰਪੋਰਟੈਂਟ ਇਸ ਗੱਲ ਦਾ ਧਿਆਨ ਜ਼ਰੂਰ ਸਾਡੀਆਂ ਸਰਕਾਰਾਂ ਰੱਖਣਗੀਆਂ। ਸਾਨੂੰ ਇਸ ਗੱਲ ਦੀ ਉਮੀਦ ਹੈ ਤੇ ਆਪਣੇ ਗੁਆਂਢੀਆਂ ਨਾਲ ਅਮਰੀਕਾ ਜਾਂ ਕਿਸੇ ਹੋਰ ਮੁਲਕ ਨਾਲ ਰਿਸ਼ਤੇ ਬਿਹਤਰ ਕਰਨੇ ਚੰਗੀ ਗੱਲ ਹੈ, ਪਰ ਉਸ ਤੋਂ ਵੀ ਪਹਿਲਾਂ ਆਪਣੇ ਗੁਆਂਢੀਆਂ ਨਾਲ ਰਿਸ਼ਤੇ ਬਿਹਤਰ ਕਰ ਲੈਣੇ ਜਿਹੜੇ ਹੈ ਉਹ ਚੰਗੀ ਨਹੀਂ, ਉਹ ਬਹੁਤ ਬਿਹਤਰੀਨ ਪਹਿਲ ਹੋ ਸਕਦੀ ਹੈ। ਜਿਸ ਤਰ੍ਹਾਂ ਦਾ ਅੱਜ ਬਿਆਨ ਵੀ ਆਇਆ ਜੈ ਸ਼ੰਕਰ ਉਹਨਾਂ ਦਾ, ਤੇ ਉਧਰੋਂ ਜਿਸ ਤਰ੍ਹਾਂ ਦਾ ਪ੍ਰਤੀਕਰਮ ਜਾਂ ਪ੍ਰਤੀਕਿਰਿਆ ਜਿਹੜੀ ਆ ਚੀਨ ਜੀ। ਅੱਛਾ, ਇੱਕ ਖਬਰ ਜਾਂਦੇ ਹੋਏ ਕਰ ਲਈਏ, ਉਹ ਪੰਜਾਬ ਨਾਲ ਫਿਰ ਰਿਲੇਟਡ ਆ। ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਵਰ ਨਹੀਂ ਉਹਨੂੰ ਕੀਤਾ ਕਿਉਂਕਿ ਸਾਡੀਆਂ ਕੋਈ ਲਿਮਿਟੇਸ਼ਨ ਨੇ। ਅਸੀਂ ਉਹਨਾਂ ਚੀਜ਼ਾਂ ਨੂੰ ਉਸ ਤਰ੍ਹਾਂ ਨਹੀਂ ਲੈਣਾ ਚਾਹੁੰਦੇ ਜਿੱਦਾਂ ਪੰਜਾਬ ਦਾ ਮੀਡੀਆ ਜਾਂ ਸੋਸ਼ਲ ਮੀਡੀਆ ਲੈ ਰਿਹਾ ਸੀਗਾ। ਪਰ ਇੱਕ ਨਵਾਂ ਮੋੜ ਆਇਆ ਦੱਸਿਆ ਜਾ ਰਿਹਾ ਜਦੋਂ ਉਹਦੇ ਫਾਦਰ ਹੁਣ 50-60 ਦਿਨਾਂ ਦੀ ਉਹਦੀ ਮੌਤ ਤੋਂ ਬਾਅਦ ਨਵੇਂ ਸਿਰੇ ਤੋਂ ਕੁਝ ਚੀਜ਼ਾਂ ਨੂੰ ਸੇਧ ਦੇ ਰਹੇ ਨੇ। ਉਹਨਾਂ ਨੇ ਕੁਝ ਚੀਜ਼ਾਂ ਕੈਨੇਡਾ ਜਦੋਂ ਰਹਿੰਦੇ ਸੀਗੇ ਮੂਸੇਵਾਲਾ ਹਰੀ ਉਸ ਸਮੇਂ ਦੀਆਂ ਵੀ ਠਾਈਆਂ ਨੇ, ਤੇ ਇੱਥੋਂ ਤੱਕ ਵੀ ਕਿਹਾ ਕਿ ਸਾਡੇ ਘਰ ਦੇ ਸਾਹਮਣੇ ਵਾਲੇ ਘਰ ਦੇ ਵਿੱਚ CCTV ਕੈਮਰੇ ਲਗਾਏ ਇਸ ਨੀਤ ਨਾਲ ਗਏ ਸੀ ਕਿ ਸਾਡੀ ਰੈਕੀ ਕੀਤੀ ਜਾਵੇ, ਸਾਡੀ ਪੂਰੀ ਦੀ ਪੂਰੀ ਹਵੇਲੀ ਉਹਨਾਂ ਕੈਮਰਿਆਂ ਦੀ ਜਦ ਵਿੱਚ ਆਉਂਦੀ ਸੀ, ਸਾਡੀ ਪ੍ਰਾਈਵੇਸੀ ਸਾਰੀ ਜਿਹੜੀ ਉਹ ਭੰਗ ਹੁੰਦੀ ਸੀ ਤੇ ਉਹਦੇ ਤਾਰ ਵਿਦੇਸ਼ਾਂ ਨਾਲ ਜੁੜਦੇ ਆ। ਤੇ ਉਹਨਾਂ ਨੇ ਕੁਛ ਇੱਕ ਕਿਹਾ ਕਿ ਕੁਝ ਇੱਕ ਸਿੰਗਰ ਨੇ ਜਿਨ੍ਹਾਂ ਦਾ ਇਹਦੇ ਪਿੱਛੇ ਹੱਥ ਹੈ। ਸੋ ਇੱਕ ਨਵਾਂ ਮੋੜ, ਨਵੀਂ ਚੀਜ਼। ਅੱਗੇ ਵੀ ਇੱਕ ਦਿਨ ਥੋੜ੍ਹੀ ਜਿਹੀ ਆਪਾਂ ਗੱਲ ਕੀਤੀ ਸੀ, ਹੁਣ ਲਗਾਤਾਰ ਇਹਦੇ ਬਾਰੇ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਹੁਣ ਉਹਦਾ ਚਲਾਨ ਵੀ ਪੇਸ਼ ਹੋਣਾ ਆ, ਤੇ ਜਦੋਂ ਨਵੇਂ ਸਿਰੋਂ ਇਹ ਚੀਜ਼ ਫਿਰ ਉਲਝ ਜਾਏਗੀ ਤੇ ਫਿਰ ਇਨਵੈਸਟੀਗੇਸ਼ਨ ਜਿਹੜੀ ਪਹਿਲੀ ਕੀਤੀ ਆ ਉਹ ਕਿਤੇ ਮੱਠੀ ਤੇ ਨਹੀਂ ਪੈ ਜਾਊਗੀ? ਉਹ ਕਿ ਜਿਹੜੀ ਗੈਂਗਸਟਰ ਦੇ ਆਲੇ ਦੁਆਲੇ ਘੁੰਮਦੀ ਸੀ ਹੁਣ ਅਗਰ ਸਿੰਗਰਾਂ ਵਾਲੇ ਪਾਸੇ ਨੂੰ ਗਈ
ਤੇ ਮੂਸੇਵਾਲੇ ਦੇ ਦੋਸਤਾਂ ਵਾਲੇ ਪਾਸੇ ਵੀ ਇਨਕੁਆਇਰੀ ਗਈ, ਜਿੱਦਾਂ ਕਿ ਉਹਨਾਂ ਦੇ ਫਾਦਰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹਨੂੰ ਮਰਾਉਣ ਵਿੱਚ ਉਹਦੇ ਦੋਸਤਾਂ ਤੇ ਉਹਦੇ ਕੁਝ ਸਿੰਗਰ ਸਾਥੀਆਂ ਦਾ ਹੱਥ ਵੀ ਹੈ। ਤੇ ਹੁਣ ਨਵੇਂ ਖੁਲਾਸੇ ਆਉਣੇ ਸ਼ੁਰੂ ਹੋ ਗਏ ਕਿ ਸਾਡੇ ਘਰ ਦੀ ਰੈਕੀ ਹੋ ਰਹੀ ਸੀ ਤੇ 2 ਵਿਅਕਤੀਆਂ ਦਾ ਨਾਂ ਉਹ ਜਿਹੜਾ ਆਪਣੇ ਲੱਖੀ ਰਿਆਂ ਨੇ ਰਿਪੋਰਟਾਂ ਸ਼ੁਰੂਆਤੀ ਦੌਰ 'ਚ ਦਿੱਤੀਆਂ ਸੀ, ਉਹ ਕਿਤੇ ਕਿਤੇ ਸੱਚ ਸਾਬਤ ਹੁੰਦੀਆਂ ਦਿਖ ਰਹੀਆਂ ਨੇ ਕਿ ਉਹਨਾਂ ਦੇ ਜਾਲੀ ਕੰਟਰੈਕਟ ਸੀਗੇ ਜਾਂ ਕੋਈ ਐਫੀਡੈਵਿਟ ਸੀਗੇ, ਉਹ ਕੁਝ ਪ੍ਰੈਸ਼ਰ ਉਹਨਾਂ ਦੇ ਪਾਏ ਜਾ ਰਹੇ ਸੀਗੇ ਤੇ ਕੁਝ ਇੱਦਾਂ ਦੇ ਝਗੜੇ ਉਹਨਾਂ ਦੇ ਸੀ ਜਿਹੜੇ ਗੈਂਗਸਟਰ ਤੋਂ ਵੀ ਜ਼ਿਆਦਾ ਉਹਨਾਂ ਦੇ ਪ੍ਰੋਫੈਸ਼ਨਲ ਨਾਲ ਜੁੜੇ ਹੋਏ ਆ। ਤੇ ਉਹਦੇ ਵਿੱਚ ਕੁਝ ਉਹਨਾਂ ਦੇ ਸਾਥੀ ਮਿੱਤਰ ਦੋਸਤ ਜਿਨ੍ਹਾਂ ਨਾਲ ਮਿਲ ਕੇ ਉਹ ਕੰਮ ਕਰਦੇ ਰਹੇ ਤੇ ਕੁਝ ਸਿੰਗਰ ਵੀ ਸ਼ਾਮਲ ਹੋ ਸਕਦੇ ਆ। ਤੇ ਕੀ ਮੈਂ ਜਾਣਨਾ ਇਹ ਚਾਹੁੰਦਾ ਆ ਕਿ ਜਿਹੜੀ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਆ, ਅਗਰ ਇਹ ਨਵੀਂ ਚੀਜ਼ ਸਾਹਮਣੇ ਆ ਜਾਂਦੀ ਆ ਤੇ ਪਹਿਲੀ ਇਨਵੈਸਟੀਗੇਸ਼ਨ ਦਾ ਵਿੱਚ ਨਾਲ ਜੁੜੇਗੀ ਜਾਂ ਵੱਖਰੇ ਤੌਰ ਤੇ ਇਹਦੀ ਕੋਈ ਗੱਲ ਹੋਏਗੀ? ਨਹੀਂ, ਉਹ ਨਾਲ ਹੀ ਜੁੜੇਗੀ। ਮੈਨੂੰ ਲੱਗਦਾ ਕਿ ਜਾਂਚ ਏਜੰਸੀਆਂ ਜਿਹੜੀਆਂ ਇਹਦੇ ਤੇ ਕਾਫੀ ਜ਼ਿਆਦਾ ਸੀਰੀਅਸ ਹੋ ਗਈਆਂ, ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ। ਤੇ ਬਲਕੌਰ ਸਿੰਘ ਵੱਲੋਂ ਜਿਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ, ਉਹਨਾਂ ਨੇ ਇਹ ਵੀ ਕਹੀ ਗੱਲ ਵੀ ਆਉਂਦੇ ਦਿਨਾਂ ਦੇ ਵਿੱਚ ਮੈਂ ਉਹ ਨਾਂ ਵੀ ਉਜਾਗਰ ਕਰੂੰਗਾ। ਹੁਣ ਇੱਕ ਕਿਸਮ ਦਾ ਨਾਂ ਤਾਂ ਉਹਨਾਂ ਨੇ ਇੱਕ ਤਾਂ ਉਜਾਗਰ ਸਾਹਮਣੇ ਵਾਲੇ ਘਰ ਵਾਲੇ ਦਾ ਕਰ ਹੀ ਦਿੱਤਾ ਨਾ, ਇੱਕ ਕਿਸਮ ਦਾ ਉਹਨਾਂ ਨੂੰ ਤਾਂ ਘੇਰੇ 'ਚ ਲੈ ਹੀ ਲਿਆ। ਸੋ ਇਨਵੈਸਟੀਗੇਸ਼ਨ ਏਜੰਸੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਸਾਹਮਣੇ ਨਵੇਂ ਚੈਪਟਰ ਖੋਲਣਗੇ ਤੇ ਉਹ ਸਾਰਾ ਕੁਝ ਨਾਲ ਹੀ ਜੁੜੇਗਾ, ਕਿਉਂਕਿ ਪਹਿਲੀ ਇਨਵੈਸਟੀਗੇਸ਼ਨ ਨੂੰ ਵੀ ਤੁਸੀਂ ਉੱਪਰ ਕਹਿ ਕੇ ਨਹੀਂ ਛੱਡ ਸਕਦੇ, ਉਹ 'ਚ ਵੀ ਤਾਂ ਕੋਈ ਤੱਥ ਰੱਖੇ ਆ ਨਾ ਇਨਵੈਸਟੀਗੇਸ਼ਨ ਜਿਹੜੀ ਹੋਈ ਆ। ਸੋ ਇਹ ਸਾਰੀਆਂ ਚੀਜ਼ਾਂ ਨਾਲ ਜੁੜਦੀਆਂ ਚੱਲੀਆਂ ਜਾਣਗੀਆਂ, ਪਰ ਇੱਕ ਕਾਫੀ ਮੈਨੂੰ ਲੱਗਦਾ ਕਿ ਪਰ ਦਸਾਂ ਸਾਹਿਬ ਆਲਮੋਸਟ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਤੇ ਉਹ ਮੇਰੇ ਖਿਆਲ ਉਹਨਾਂ ਨੇ ਕੋਰਟ ਵਿੱਚ ਪੇਸ਼ ਵੀ ਕਰ ਦਿੱਤੀ ਹੈ ਜਾਂ ਕਰ ਦੇਣੀ ਹੈ ਇੱਕ ਅੱਧੇ ਦਿਨ ਤੇ, ਕਿਉਂਕਿ ਉਹਦੀ ਲਿਮਿਟ ਵੀ ਹੁੰਦੀ ਹੈ ਕਿ ਕਿੰਨੇ ਦਿਨਾਂ ਦੇ ਵਿੱਚ। ਹਾਂਜੀ, ਉਸ ਸਬਮਿਸ਼ਨ ਤੋਂ ਬਾਅਦ ਨਵੀਆਂ ਚੀਜ਼ਾਂ ਨਾਲ ਜੁੜਦੀਆਂ ਚਲੀ ਜਾਂਦੀਆਂ, ਕਿਉਂਕਿ ਉਹ ਕੇਸ ਸਟੇਟ ਨੇ ਲੜਨਾ ਹੁੰਦਾ, ਇਹ ਕੇਸ ਸਟੇਟ ਹੀ ਲੜ ਰਹੀ ਹੈ ਨਾ, ਤੇ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਨਾਲ ਅਟੈਚ ਹੁੰਦੀਆਂ ਚਲੀਆਂ ਜਾਂਦੀਆਂ, ਨਵੇਂ ਪੱਖ ਆਉਂਦੇ ਰਹਿੰਦੇ ਆ। ਸੋ ਬਾਕੀ ਤਾਂ ਪਤਾ ਲੱਗੇਗਾ ਕਿ ਆਉਂਦੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਜਾਂਦੀ ਹੈ, ਕਿਸ ਪਾਸੇ ਵੱਲ ਨੂੰ ਵੱਧਦੀ ਹੈ। ਪਰ ਬਹੁਤ ਸਾਰੇ ਸਿੰਗਰ ਜਿਹੜੇ ਆ ਜਿਨ੍ਹਾਂ ਦਾ ਕੋਈ ਥੋੜਾ ਬਹੁਤ ਟਕਰਾਅ ਦੀ ਸਥਿਤੀ ਰਹੀ ਹੈ, ਉਹਨਾਂ ਦੇ ਮਨ 'ਚ ਵੀ ਕਿਤੇ ਨਾ ਕਿਤੇ ਡਰ ਪੈਦਾ ਹੋ ਗਿਆ ਵੀ ਪਤਾ ਨਹੀਂ ਕਿਹਨੂੰ ਲਪੇਟੇ 'ਚ ਲੈ ਲਿਆ ਜਾਣਾ। ਤੇ ਦੇਖਦੇ ਹਾਂ ਕੀ ਹੁੰਦਾ। ਇਹ ਕਾਫੀ ਸੰਵੇਦਨਸ਼ੀਲ ਮਾਮਲਾ ਹੈਗਾ, ਕੋਈ ਗਲਤ ਮਤਲਬ ਬੰਦਾ ਇਹਦੇ 'ਚ ਕੋਈ ਗਲਤ ਤਰੀਕੇ ਦੇ ਨਾਲ ਨਾ ਕੋਈ ਨਿਰਦੋਸ਼ ਨਾ ਫਸ ਜਾਵੇ, ਇਸ ਗੱਲ ਦੀ ਸਾਨੂੰ ਉਮੀਦ ਕਰਨੀ ਚਾਹੀਦੀ ਹੈ। ਹਾਂ, ਜਿਹੜੇ ਲੋਕ ਕਸੂਰਵਾਰ ਹੈਗੇ ਆ, ਡਾਇਰੈਕਟਲੀ ਇਨਵੋਲਵਮੈਂਟ ਜਿਹੜੀ ਜਿਨ੍ਹਾਂ ਦੀ ਰਹੀ ਹੋਏਗੀ, ਜੇ ਉਹ ਉਜਾਗਰ ਹੁੰਦੇ ਆ ਤਾਂ ਚੰਗੀ ਗੱਲ। ਜੀ ਦਸਾਂਝ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ ਨਵੀਆਂ ਗੱਲਾਂ ਨਵੀਆਂ ਖਬਰਾਂ ਨਾਲ। ਧੰਨਵਾਦ ਜੀ। ਖਬਰਾਂ ਤੇ ਪੈਨੀ ਨਿਗਾਹ ਰੱਖਦਾ, ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ, ਇਹ ਹੈ ਟੀਵੀ ਪੰਜਾਬੀ ਦੁਨੀਆ। ਆਪਣੀ ਬੋਲੀ, ਆਪਣਾ ਮਾਣ।